सत श्री अकाल जी। पंजाब एजुकेशन सोसाइटी के वलों पंजाब एजुकेशन सोसाइटी के वलों जिहड़े लैक्चर प्रसारित किए जाते हैं विद्यार्थियों वास्ते उसकी लैक्चरां दी लड़ी दे विच तुहाडा स्वागत है। मैं शिव सिंह लैक्चरर राजनीति विज्ञान सरकारी सीनियर सैकेंडरी स्मार्ट स्कूल चौवास चखेपड़। आपां ने अज तक पढ़िया है भी भारतीय उप महादीप का जिहड़ा समुचा खेतर है वो ਵੱਖ-ਵੱਖ समय ते ਵੱਖ-ਵੱਖ गणराजां देशां सल्तनतां दे विच वंडिया रहा है। भाव साडे भारतीय उप महादीप दे विच ਵੱਖ-ਵੱਖ समय ते ਵੱਖ-ਵੱਖ हमलावर आए ने, ਵੱਖ-ਵੱਖ बोलियां दे लोग, ਵੱਖ-ਵੱਖ धर्मां दे लोग इत्थे आके वसे ने। यही इस खेतर की महानता है ते यही इस खेतर की ताकत भी है। जेकर ਵੱਖ-ਵੱਖ बोलियां, ਵੱਖ-ਵੱਖ धर्मां, ਵੱਖ-ਵੱਖ जातां दे लोग इत्थे आके वसे ने ਤਾਂ ਇਹ ਵੀ ਪੱਕਾ ਹੋ ਜਾਂਦਾ ਹੈ ਵੀ ਹਰੇਕ ਬੋਲੀ ਹਰੇਕ ਭਾਸ਼ਾ ਦੇ ਲੋਕ ਨੇ ਜਿਹੜੇ ਉਹ ਆਪਣਾ ਰਾਜ ਸਥਾਪਿਤ ਕਰਨ ਦੇ ਲਈ ਹਮੇਸ਼ਾ ਇੱਥੇ ਤਤਪਰ ਰਹੇ ਨੇ। ਜੇ ਆਪਾਂ ਪੁਰਾਤਨ ਸਮੇਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਗਣਾਂ ਦਾ ਜਿਹੜਾ ਸਿਸਟਮ ਹੁੰਦਾ ਸੀ, ਗਣ ਪ੍ਰਣਾਲੀ ਹੁੰਦੀ ਸੀ। ਵੱਖ-ਵੱਖ ਗਣ ਨੇ ਜਿਹੜੇ ਉਹ ਆਪਣਾ ਸ਼ਾਸਨ ਪ੍ਰਬੰਧ ਚਲਾਉਂਦੇ ਸੀ। ਵੱਖ-ਵੱਖ ਗਣਾਂ ਨੂੰ ਮਿਲ ਕੇ ਸੰਘ ਬਣਦਾ ਸੀ ਤੇ ਉਹੀ ਸੰਘ ਆ ਜਿਹੜਾ ਸਮੁੱਚੇ ਖੇਤਰ ਦਾ ਰਾਜ ਪ੍ਰਬੰਧ ਹੈ ਉਹ ਚਲਾਉਂਦਾ ਸੀ। ਜਦੋਂ ਵੀ ਕੋਈ ਬਾਹਰੋਂ ਹਮਲਾ ਹੁੰਦਾ ਸੀ, ਕੋਈ ਹਮਲਾਵਰ ਆਉਂਦਾ ਸੀ ਤਾਂ ਪੂਰੇ ਦਾ ਪੂਰਾ ਸੰਘ ਆ ਜਿਹੜਾ ਉਹ ਮਿਲ ਕੇ ਉਹਦੇ ਨਾਲ ਮੁਕਾਬਲਾ ਕਰਦਾ ਸੀ। ਇਸੇ ਤਰ੍ਹਾਂ ਹੀ ਜਦੋਂ ਸਿਕੰਦਰ ਦੇ ਹਮਲੇ ਦੀ ਗੱਲ ਆਉਂਦੀ ਹੈ, ਪੋਰਸ ਦੁਆਰਾ ਉਹਦੇ ਟਾਕਰੇ ਦੀ ਗੱਲ ਆਉਂਦੀ ਹੈ ਤੇ ਪੋਰਸ ਤੇ ਸਿਕੰਦਰ ਮਿਲ ਕੇ ਜਦੋਂ ਵੱਖ-ਵੱਖ ਗਣਾਂ ਦੇ ਉੱਤੇ ਹਮਲਾ ਕਰਦੇ ਨੇ ਤੇ ਉਹਨਾਂ ਗਣਾਂ ਦੇ ਉੱਤੇ ਕਬਜ਼ਾ ਕਰਦੇ ਨੇ। ਉਹੀ ਜਿਹੜੇ ਗਣ ਨੇ ਉਹ ਪੰਜਾਬ ਦੇ ਖੇਤਰ ਦੇ ਵਿੱਚ ਵੀ ਨੇ ਜਾਂ ਪੂਰੇ ਭਾਰਤ ਦੇ ਖੇਤਰ ਦੇ ਵਿੱਚ, ਚਾਹੇ ਪੰਜਾਬ ਦੀ ਗੱਲ ਹੋਵੇ ਜਾਂ ਗੰਗਾ ਜਮਨਾ ਦਰਿਆ ਤੋਂ ਪਰਾਂ ਇੱਕ ਜਿਹੜਾ ਸੱਭਿਆਚਾਰ ਵਿਕਸਿਆ ਉਹਦੀ ਗੱਲ ਹੋਵੇ ਤਾਂ ਇਹਨਾਂ ਸਾਰਿਆਂ ਖੇਤਰਾਂ ਦੇ ਵਿੱਚ ਗਣ ਨੇ ਜਿਹੜੇ ਉਹ ਵੱਡੇ ਪੱਧਰ ਦੇ ਉੱਤੇ ਮੌਜੂਦ ਰਹੇ ਨੇ। ਇਹ ਗੱਲ ਆਪਾਂ ਇਸ ਕਰਕੇ ਕਰ ਰਹੇ ਹਾਂ ਕਿ ਜਿਹੜਾ ਭਾਰਤ ਦਾ ਖੇਤਰ ਹੈ ਇਹ ਸਾਰਾ ਇਹ ਵੱਖ-ਵੱਖ ਗਣਾਂ ਦੇ ਵਿੱਚ ਵੰਡਿਆ ਹੋਣ ਕਰਕੇ ਇੱਕ ਤਾਂ ਪੂਰੇ ਖੇਤਰ ਦੀ ਸ਼ਕਤੀ ਤੇ ਇੱਕ ਵੱਖ-ਵੱਖ ਰਾਜਾਂ ਦੀ ਸ਼ਕਤੀ ਵੱਖੋ ਵੱਖ ਰਹੀ ਹੈ। ਇਸ ਕਰਕੇ ਆਪਣਾ ਜਿਹੜਾ ਅੱਜ ਦਾ ਟੌਪਿਕ ਹੈ ਉਹ ਆਪਣੇ ਭਾਰਤ ਦੇਸ਼ ਦੇ ਵਿੱਚ ਸੰਘ ਤੇ ਰਾਜਾਂ ਦਰਮਿਆਨ ਜਿਹੜੇ ਸੰਬੰਧ ਨੇ ਉਹ ਕਿਸ ਆਧਾਰ ਤੇ ਬਣੇ ਹੋਏ ਨੇ, ਉਹ ਸੰਬੰਧ ਕਿਵੇਂ ਦੇ ਨੇ। ਜਿਵੇਂ ਆਪਾਂ ਨੂੰ ਪਤਾ ਹੀ ਹੈ ਵਿਧਾਨਕ ਸੰਬੰਧ ਨੇ, ਕਾਰਜਕਾਰੀ ਸੰਬੰਧ ਨੇ, ਵਿੱਤੀ ਸੰਬੰਧ ਨੇ। ਉਹਨਾਂ ਦੇ ਵਿੱਚ ਇਹ ਸੰਬੰਧ ਬਣਿਆ ਕਿਵੇਂ ਆ, ਸੰਵਿਧਾਨਕ ਤੌਰ ਦੇ ਉੱਤੇ ਇਹ ਸਿਸਟਮ ਕਿਵੇਂ ਚੱਲਦਾ। 15 ਅਗਸਤ 1947 ਨੂੰ ਅੰਗਰੇਜ਼ ਜਦੋਂ ਇੱਥੋਂ ਚਲੇ ਗਏ ਤਾਂ ਭਾਰਤ ਵਿੱਚ ਸ਼ਾਸਨ ਪ੍ਰਬੰਧ ਲਈ ਸੰਘਾਤਮਕ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਸੀ। ਉਹਦਾ ਇੱਕ ਕਾਰਨ ਸੀ ਕਿਉਂਕਿ ਅੰਗਰੇਜ਼ਾਂ ਨੇ ਜਦੋਂ ਭਾਰਤ ਉੱਪਰ ਕਬਜ਼ਾ ਕੀਤਾ ਸੀ ਤਾਂ ਇਹਦੇ ਵੱਖ-ਵੱਖ ਖੇਤਰਾਂ ਉੱਤੇ ਸਮੇਂ ਅਨੁਸਾਰ ਕਬਜ਼ਾ ਕੀਤਾ ਸੀ। ਭਾਵ ਸਭ ਤੋਂ ਪਹਿਲਾਂ ਜਿਹੜਾ ਕਲਕੱਤੇ ਵਾਲਾ ਖੇਤਰ ਜਾਂ ਦੱਖਣੀ ਭਾਰਤ ਦਾ ਖੇਤਰ ਉਹਨਾਂ ਨੇ ਆਪਦੇ ਕਬਜ਼ੇ ਦੇ ਹੇਠ ਲੈ ਕੇ ਆਂਦਾ ਸੀ ਤੇ ਪੰਜਾਬ ਦਾ ਜਿਹੜਾ ਖੇਤਰ ਹੈ ਉਹ ਸਭ ਤੋਂ ਅਖੀਰ ਦੇ ਵਿੱਚ 1849 ਈਸਵੀ ਨੂੰ ਉਹਦੇ ਉੱਤੇ ਕਬਜ਼ਾ ਕੀਤਾ ਸੀ। ਭਾਵ ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਜਾਂ ਮੁਗਲਾਂ ਦੇ ਕਬਜ਼ੇ ਤੋਂ ਪਹਿਲਾਂ ਇਹ ਸਮੁੱਚਾ ਭਾਰਤੀ ਉਪ ਮਹਾਦੀਪ ਵੱਖ-ਵੱਖ ਟੁਕੜਿਆਂ, ਵੱਖ-ਵੱਖ ਦੇਸ਼ਾਂ, ਵੱਖ-ਵੱਖ ਸਲਤਨਤਾਂ ਦੇ ਵਿੱਚ ਵੰਡਿਆ ਹੋਇਆ ਸੀ। ਅੰਗਰੇਜ਼ਾਂ ਨੇ ਇਹਨੂੰ ਪੂਰੇ ਸਿਸਟਮ ਨੂੰ ਇਕੱਠਾ ਕਰਕੇ ਪੱਛਮੀ ਤਰੀਕੇ ਦੀ ਜਿਹੜੀ ਸ਼ਾਸਨ ਪ੍ਰਣਾਲੀ ਸੀ ਉਹ ਇੱਥੇ ਲਾਗੂ ਕੀਤੀ ਤੇ ਉਹ ਪ੍ਰਣਾਲੀ ਲਾਗੂ ਕਰਨ ਦੇ ਨਾਲ ਹੀ ਜਿਹੜੀ ਕਾਨੂੰਨ ਵਿਵਸਥਾ ਸੀ ਸਾਰੀ ਉਹ ਉੱਥੋਂ ਦੀ ਇੱਥੇ ਲਾਗੂ ਹੋਈ। ਤੇ ਅਸੀਂ ਨੇ 1935 ਦਾ ਐਕਟ ਹੈ ਜਿਹੜਾ ਉਹਦਾ ਜ਼ਿਆਦਾਤਰ ਹਿੱਸਾ ਜਿਹੜਾ ਉਹ ਭਾਰਤ ਦੇ ਸੰਵਿਧਾਨ ਦੇ ਵਿੱਚ ਅੰਕਿਤ ਹੈ। ਉਸੇ ਤਰ੍ਹਾਂ ਤੁਰਿਆ ਆਉਂਦਾ ਸਿਸਟਮ ਹੀ ਅਸੀਂ ਨੇ ਜਦੋਂ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਤਾਂ ਉਹਦੇ ਵਿੱਚ ਲਾਗੂ ਕੀਤਾ। ਤਾਂ ਸੰਘਾਤਮਕ ਪ੍ਰਣਾਲੀ ਦੀ ਵਿਵਸਥਾ ਹੋਣ ਦੇ ਨਾਲ ਹੀ ਸੰਵਿਧਾਨ ਦੇ 11ਵੇਂ ਅਤੇ 12ਵੇਂ ਭਾਗ ਵਿੱਚ ਅਨੁਛੇਦ 245 ਤੋਂ 291 ਤੱਕ ਸੰਘ ਅਤੇ ਰਾਜਾਂ ਦੇ ਜਿਹੜੇ ਆਪਸੀ ਸੰਬੰਧ ਨੇ ਉਹਨਾਂ ਦਾ ਵਰਣਨ ਕੀਤਾ ਗਿਆ ਹੈ ਕਿ ਇਹ ਜਿਹੜੇ ਸੰਬੰਧ ਨੇ ਉਹ ਕਿਸ ਆਧਾਰ ਦੇ ਉੱਤੇ ਨੇ। ਜੇ ਆਪਾਂ ਗੱਲ ਕਰੀਏ ਸੰਘ ਅਤੇ ਰਾਜਾਂ ਵਿੱਚ 3 ਤਰ੍ਹਾਂ ਦੇ ਸੰਬੰਧਾਂ ਦਾ ਵਰਣਨ ਹੁੰਦਾ ਹੈ। ਪਹਿਲਾ ਵਿਧਾਨਕ ਸੰਬੰਧ ਹੈ, ਇੱਕ ਵਿੱਤੀ ਸੰਬੰਧ ਹੈ ਤੇ ਇੱਕ ਪ੍ਰਸ਼ਾਸਕੀ ਸੰਬੰਧ ਹੈ। ਵਿਧਾਨਕ ਸੰਬੰਧ ਦਾ ਜਿੱਥੇ ਵਿਧਾਨ ਸ਼ਬਦ ਆ ਗਿਆ ਉਹਦਾ ਮਤਲਬ ਹੀ ਹੁੰਦਾ ਹੈ ਕਾਨੂੰਨ ਦਾ ਨਿਰਮਾਣ ਕਰਨਾ ਤੇ ਜਿੱਥੇ ਪ੍ਰਸ਼ਾਸਕੀ ਦੀ ਗੱਲ ਆ ਗਈ ਤਾਂ ਪ੍ਰਸ਼ਾਸਨ ਕਰਨਾ ਤੇ ਵਿੱਤ ਦੀ ਗੱਲ ਆ ਗਈ ਤਾਂ ਪੈਸੇ ਨਾਲ ਸੰਬੰਧਿਤ ਇਹ ਗੱਲ ਹੋ ਗਈ, ਫਾਈਨਾਂਸ ਨਾਲ ਸੰਬੰਧਿਤ ਇਹ ਗੱਲ ਹੋ ਗਈ।
ਤਾਂ ਇਹਦਾ ਮਤਲਬ ਆਪਾਂ ਨੂੰ ਗੱਲ ਕਲੀਅਰ ਹੈ ਵੀ ਭਾਰਤ ਦੇ ਵਿੱਚ ਸੰਘ ਦੇ ਕੋਲ ਕਾਨੂੰਨ ਬਣਾਉਣ ਵਾਲੀਆਂ ਤਾਕਤਾਂ ਕਿੰਨੀਆਂ ਹੋਣਗੀਆਂ, ਰਾਜਾਂ ਦੇ ਕੋਲ ਕਾਨੂੰਨ ਬਣਾਉਣ ਵਾਲੀਆਂ ਤਾਕਤਾਂ ਕਿੰਨੀਆਂ ਹੋਣਗੀਆਂ, ਤੇ ਪ੍ਰਸ਼ਾਸਨ ਕਰਨ ਵਾਲੀਆਂ ਤਾਕਤਾਂ ਦੇ ਵਿਸ਼ੇ ਨੇ ਉਹ ਕਿੰਨੇ ਹੋਣਗੇ। ਇਸੇ ਤਰ੍ਹਾਂ ਹੀ ਫਾਈਨਾਂਸ, ਕਿਉਂਕਿ ਆਪਾਂ ਨੂੰ ਪਤਾ ਹੈ ਅੱਜ ਜਿਹੜੀ 21ਵੀਂ ਸਦੀ ਆ ਉਹਦੇ ਵਿੱਚ ਫਾਈਨਾਂਸ ਬਹੁਤ ਵੱਡਾ ਮੁੱਦਾ ਹੈ। ਜਿਸ ਦੇਸ਼ ਦੀ ਇਕੋਨਮੀ ਤਕੜੀ ਹੈ, ਜਿਸ ਰਾਜ ਦੀ ਇਕੋਨਮੀ ਤਕੜੀ ਹੈ, ਉਹ ਰਾਜ ਵੱਧ ਤੋਂ ਵੱਧ ਤਰੱਕੀ ਕਰਦਾ। ਇਸ ਕਰਕੇ ਲੋਕਾਂ ਦੇ ਲਈ ਵੱਖ-ਵੱਖ ਸਹੂਲਤਾਂ, ਵੱਖ-ਵੱਖ ਵਿਭਾਗਾਂ ਨੂੰ ਚਲਾਉਣ ਦੇ ਲਈ ਪੈਸੇ ਦੀ ਲੋੜ ਪੈਂਦੀ ਹੈ। ਤਾਂ ਉਸ ਪੈਸੇ ਨੂੰ ਯੂਟੀਲਾਈਜ਼ ਕਰਨ ਲਈ, ਉਸ ਪੈਸੇ ਨੂੰ ਸਰਕਾਰ ਵਾਸਤੇ ਲੈ ਕੇ ਆਉਣ ਦੇ ਲਈ ਵੀ ਜਿਹੜੀਆਂ ਪਾਵਰਾਂ ਨੇ ਉਹ ਵਿੱਤ ਦੇ ਸੰਬੰਧ ਦੇ ਵਿੱਚ ਸੰਘ ਤੇ ਰਾਜਾਂ ਦੇ ਵਿੱਚ ਵੰਡੀਆਂ ਗਈਆਂ ਨੇ। ਤਾਂ ਇਹ ਤਿੰਨੇ ਤਰ੍ਹਾਂ ਦੇ ਆਪਾਂ ਸੰਬੰਧਾਂ ਦੀ ਗੱਲ ਹੈ ਜਿਹੜੀ ਡਿਟੇਲ ਦੇ ਵਿੱਚ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਵਿਧਾਨਕ ਸੰਬੰਧਾਂ ਦੀ ਗੱਲ ਕਰਦੇ ਹਾਂ। ਭਾਰਤ ਦੇ ਸੰਵਿਧਾਨ ਵਿੱਚ ਵਿਧਾਨਕ ਸੰਬੰਧਾਂ ਦੇ ਉਦੇਸ਼ ਨੂੰ ਮੁੱਖ ਰੱਖ ਕੇ ਕਾਨੂੰਨ ਬਣਾਉਣ ਲਈ ਜਿਹੜੀ 7ਵੀਂ ਅਨੁਸੂਚੀ ਹੈ, ਆਪਾਂ ਨੂੰ ਪਤਾ ਅਨੁਸੂਚੀਆਂ ਬਣੀਆਂ ਹੋਈਆਂ ਨੇ ਸੰਵਿਧਾਨ ਦੀਆਂ, ਤਾਂ ਉਹਦੇ ਵਿੱਚ ਜਿਹੜੀ 7ਵੀਂ ਅਨੁਸੂਚੀ ਹੈ ਉਹਦੇ ਵਿੱਚ ਇਹ ਜਿਹੜੇ ਵਿਸ਼ੇ ਨੇ ਕਾਨੂੰਨ ਬਣਾਉਣ ਵਾਸਤੇ ਇਹਨਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ। ਉਹਦੀਆਂ ਅੱਗੇ 3 ਸੂਚੀਆਂ ਬਣੀਆਂ ਹੋਈਆਂ ਨੇ। ਇੱਕ ਦਾ ਨਾਮ ਹੈ ਸੰਘ ਸੂਚੀ, ਦੂਸਰੀ ਦਾ ਨਾਮ ਰਾਜ ਸੂਚੀ, ਤੇ ਤੀਸਰੀ ਸੂਚੀ ਦਾ ਨਾਮ ਸੰਵਰਤੀ ਸੂਚੀ ਹੈ। ਸੰਘ ਸੂਚੀ ਉਹ ਸੂਚੀ ਆ, ਆਪਾਂ ਨੂੰ ਨਾਮ ਤੋਂ ਹੀ ਪਤਾ ਲੱਗ ਗਿਆ, ਜਿਸ ਦੇ ਉੱਤੇ ਸੰਘ ਆ ਜਿਹੜਾ ਕਾਨੂੰਨ ਬਣਾ ਸਕਦਾ ਹੈ। ਤੇ ਸੰਘ ਨੂੰ ਕਾਨੂੰਨ ਬਣਾਉਣ ਦੇ ਲਈ ਸਾਡੇ ਨਵੀਂ ਦਿੱਲੀ ਦੇ ਵਿੱਚ ਆਪਣੀ ਸੰਸਦ ਆ ਜਿਹੜੇ ਭਵਨ ਉਹ ਬਣਿਆ ਹੋਇਆ, ਉਸ ਦੇ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੈ ਸਿਰਫ। ਤੇ ਰਾਸ਼ਟਰੀ ਮਹੱਤਤਾ ਵਾਲੇ ਉਹਦੇ ਵਿੱਚ 97 ਵਿਸ਼ੇ ਨੇ, ਜਿਹਦੇ ਵਿੱਚੋਂ ਰੇਲਵੇ ਹੋ ਗਿਆ, ਤੁਸੀਂ ਆਰਮੀ ਹੋ ਗਿਆ, ਜਾਂ ਹੋਰ ਬਹੁਤ ਸਾਰੇ ਡਾਕ ਵਿਭਾਗ ਹੋ ਗਿਆ, ਬਹੁਤ ਸਾਰੇ ਵਿਸ਼ੇ ਨੇ ਜਿਹੜੇ ਪੂਰੇ ਦੇਸ਼ ਨਾਲ ਸੰਬੰਧਿਤ ਨੇ। ਕਿਉਂਕਿ ਇਹਨਾਂ ਵਿਸ਼ਿਆਂ ਨੂੰ ਵੰਡੇ ਇਸ ਆਧਾਰ 'ਤੇ ਗਿਆ ਵੀ ਪੂਰਾ ਭਾਰਤ ਹੈ ਆਪਣਾ, ਇਹਦੇ ਵਿੱਚ ਵੱਖ-ਵੱਖ ਬੋਲੀਆਂ ਬੋਲੀਆਂ ਜਾਂਦੀਆਂ ਨੇ, ਵੱਖ-ਵੱਖ ਰਾਜ ਨੇ, ਤੇ ਹਰੇਕ ਰਾਜ ਵਿੱਚ ਇੱਕ ਭਾਵਨਾ ਹੈ। ਜੇ ਮੰਨ ਲਓ ਪੰਜਾਬੀ ਨੇ, ਪੰਜਾਬੀਆਂ ਦੇ ਵਿੱਚ ਪੰਜਾਬ ਪ੍ਰਤੀ ਪਿਆਰ ਦੀ ਭਾਵਨਾ ਹੈ, ਪੰਜਾਬੀ ਬੋਲੀ ਪ੍ਰਤੀ ਪਿਆਰ ਦੀ ਭਾਵਨਾ ਹੈ। ਉਸੇ ਤਰ੍ਹਾਂ ਤਾਮਿਲ ਹੈ, ਤਾਮਿਲ ਦੇ ਸੱਭਿਆਚਾਰ ਪ੍ਰਤੀ ਉੱਥੋਂ ਦੀ ਲੋਕਾਂ ਦੀ ਭਾਵਨਾ ਹੈ। ਤਾਂ ਤਾਮਿਲ ਦੇ ਜਿਹੜੇ ਬੋਲੀ ਹੈ ਤਾਂ ਉੱਥੋਂ ਦਾ ਉਹਨਾਂ ਨੂੰ ਪਿਆਰ ਹੈ ਉਸ ਬੋਲੀ ਦੇ ਨਾਲ। ਇਸੇ ਤਰੀਕੇ ਦੇ ਨਾਲ ਜਿਹੜੇ ਤਾਂ ਲੋਕਲ ਮਹੱਤਤਾ ਦੇ ਵਿਸ਼ੇ ਨੇ ਉਹਨਾਂ ਨੂੰ ਰਾਜ ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ, ਤੇ ਜਿਹੜੇ ਸਾਂਝੇ ਵਿਸ਼ੇ ਨੇ ਪੂਰੇ ਸੰਘ ਦੇ ਲਈ, ਪੂਰੇ ਭਾਰਤ ਦੇ ਲਈ, ਉਹਨਾਂ ਨੂੰ ਸੰਘ ਸੂਚੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਤੇ ਸੰਘ ਸੂਚੀ ਦੇ ਲਈ ਕਾਨੂੰਨ ਬਣਾਉਣ ਵਾਸਤੇ ਸੰਸਦ ਹੈ ਜਿਹੜੀ ਉਹਨੂੰ ਪੂਰੇ ਅਧਿਕਾਰ ਜਿਹੜੇ ਉਹ ਦਿੱਤੇ ਗਏ ਨੇ। ਜਿਹੜੀ ਰਾਜ ਸੂਚੀ ਹੈ ਉਹਦੇ ਵਿੱਚ ਲਗਭਗ 66 ਵਿਸ਼ੇ ਨੇ। ਕਾਨੂੰਨ ਬਣਾਉਣ ਦਾ ਅਧਿਕਾਰ ਉੱਥੇ ਸਿਰਫ ਰਾਜ ਕੋਲ ਹੈ। ਤੇ ਤੀਸਰੀ ਸੂਚੀ ਹੈ ਜਿਹੜੀ ਉਹ ਸੰਵਰਤੀ ਸੂਚੀ ਹੈ। ਸੰਵਰਤੀ ਸੂਚੀ ਦੇ ਵਿੱਚ ਕੇਂਦਰ ਤੇ ਰਾਜ ਸਰਕਾਰ ਮਿਲ ਕੇ ਕਾਨੂੰਨ ਬਣਾਉਂਦੇ ਨੇ, ਪਰ ਪ੍ਰਮੁੱਖਤਾ ਕੇਂਦਰ ਦੀ ਹੁੰਦੀ ਹੈ। ਇਹਦੇ ਵਿੱਚ ਕੁੱਲ 47 ਵਿਸ਼ੇ ਨੇ। ਭਾਵ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਸਾਂਝੀ ਸੂਚੀ ਆ, ਸੰਵਰਤੀ ਸੂਚੀ ਆ, ਉਹਦੇ ਵਿੱਚ 47 ਵਿਸ਼ੇ ਨੇ, ਪਰ ਇਹਦੇ ਵਿੱਚ ਜ਼ਿਆਦਾਤਰ ਜਿਹੜੀ ਚਲਦੀ ਕਹਿ ਸਕਦੇ ਹਾਂ ਆਪਾਂ, ਜਿਹਦੇ ਵਿੱਚ ਜ਼ਿਆਦਾ ਪਾਵਰ ਆ, ਉਹ ਕੇਂਦਰ ਸਰਕਾਰ ਕੋਲ ਹੈ। ਜਦੋਂ ਵੀ ਜਿਹੜੇ ਸੰਵਰਤੀ ਸੂਚੀ ਦੇ ਵਿੱਚ ਕਾਨੂੰਨ ਬਣਾਉਣ ਸੰਬੰਧੀ ਕੋਈ ਵੀ ਵਿਵਾਦ ਛਿੜਿਆ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਜਾਂ ਜਿਹੜੇ ਵੀ ਸੰਵਿਧਾਨਕ ਸੰਸਥਾਵਾਂ ਨੇ ਉਹਨਾਂ ਨੇ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਪੱਖ ਦੇ ਵਿੱਚ ਜਿਹੜੀ ਇਹਦੀ ਹਾਮੀ ਆ ਉਹ ਭਰੀ ਹੈ। ਤੇ ਸਭ ਤੋਂ ਜਿਹੜੀ ਮੁੱਖ ਗੱਲ ਹੈਗੀ, ਕਿਉਂਕਿ ਸੰਘਾਤਮਕ ਪ੍ਰਣਾਲੀ ਆਪਣੀ ਸਭ ਤੋਂ ਜਿਹੜੀ ਮੇਨ ਮੰਨੀ ਜਾਂਦੀ ਹੈ ਉਹ ਮੰਨੀ ਜਾਂਦੀ ਹੈ ਅਮਰੀਕਾ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ। ਤਾਂ ਜਿਹੜੀਆਂ ਤਿੰਨੇ ਸੂਚੀਆਂ ਦੇ ਵਿੱਚ ਪਾਵਰਾਂ ਆ ਗਈਆਂ ਉਹ ਤਾਂ ਠੀਕ ਹੈ, ਜਿਹੜੀਆਂ ਤਿੰਨੇ ਸੂਚੀਆਂ ਤੋਂ ਬਿਨਾਂ ਪਾਵਰਾਂ ਰਹਿ ਗਈਆਂ, ਕੋਈ ਵਿਸ਼ੇ ਰਹਿ ਗਏ, ਉਹ ਵਿਸ਼ੇ ਨੂੰ ਅਸੀਂ ਬਚੀਆਂ ਸ਼ਕਤੀਆਂ ਕਹਿੰਦੇ ਹਾਂ। ਤਾਂ ਅਮਰੀਕਾ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਇਹ ਜਿਹੜੀਆਂ ਸ਼ਕਤੀਆਂ ਨੇ ਉਹ ਰਾਜਾਂ ਦੇ ਹੱਥ 'ਚ ਨੇ। ਉੱਥੇ ਰਾਜਾਂ ਨੂੰ ਮੁੱਖ ਮੰਨਿਆ ਗਿਆ, ਰਾਜਾਂ ਤੋਂ ਸੰਘ ਬਣਿਆ। ਪਰੰਤੂ ਭਾਰਤ ਦੇ ਵਿੱਚ ਸੰਵਿਧਾਨ ਦੇ ਅਨੁਛੇਦ 248 ਦੇ ਅਨੁਸਾਰ ਜਿਨ੍ਹਾਂ ਵਿਸ਼ਿਆਂ ਦਾ ਵਰਣਨ ਸੰਘ, ਰਾਜ ਅਤੇ ਸੰਵਰਤੀ ਸੂਚੀ ਵਿੱਚ ਕਿਸੇ ਵਿੱਚ ਵੀ ਨਹੀਂ ਹੈ, ਉਹਨਾਂ ਸੰਬੰਧੀ ਕਾਨੂੰਨ ਬਣਾਉਣ ਦੀ ਜਿਹੜੀ ਸ਼ਕਤੀ ਹੈ ਉਹ ਸੰਘੀ ਸੰਸਦ ਨੂੰ ਸੌਂਪੀ ਗਈ ਹੈ। ਇਹ ਬਹੁਤ ਮੁੱਖ ਗੱਲ ਹੈ ਕਿ ਕੋਈ ਵੀ ਨਵਾਂ ਵਿਸ਼ਾ ਜਿਹੜਾ ਆਉਂਦਾ, ਜੇ ਉਹ ਸੰਵਿਧਾਨਕ ਤੌਰ ਦੇ ਉੱਤੇ ਇਹਨਾਂ ਤਿੰਨਾਂ ਸੂਚੀਆਂ ਵਿੱਚ ਸ਼ਾਮਲ ਨਹੀਂ ਹੈ, ਤੇ ਉਸ ਸੰਬੰਧੀ ਜਿਹੜਾ ਕਾਨੂੰਨ ਆ ਉਹ ਸਿਰਫ ਕੇਂਦਰ ਸਰਕਾਰ ਹੀ ਬਣਾਵੇਗੀ। ਜਦੋਂ ਕਿ ਮੈਂ ਤੁਹਾਨੂੰ ਦੁਬਾਰੇ ਇਹ ਗੱਲ ਦੱਸ ਦਿਆਂ ਕਿ ਸੰਘਾਤਮਕ ਪ੍ਰਣਾਲੀ ਜਿਹੜੀ ਮਜ਼ਬੂਤ ਮੰਨੀ ਜਾਂਦੀ ਹੈ ਉਹ ਅਮਰੀਕਾ ਦੀ, ਆਸਟ੍ਰੇਲੀਆ ਦੀ, ਸਵਿਟਜ਼ਰਲੈਂਡ ਦੀ ਮੰਨੀ ਜਾਂਦੀ ਹੈ। ਉੱਥੇ ਜਿਹੜੀਆਂ ਇਹ ਬਚੀਆਂ ਸ਼ਕਤੀਆਂ ਨੇ ਉਹ ਰਾਜਾਂ ਨੂੰ ਦਿੱਤੀਆਂ ਗਈਆਂ ਨੇ। ਇਹਦੇ ਨਾਲ ਹੋਰ ਵੀ, ਕਿਉਂਕਿ ਇੱਕ ਗੱਲ ਆਪਾਂ ਨੂੰ ਕਲੀਅਰ ਹੈ ਵੀ ਭਾਰਤ ਦੇ ਵਿੱਚ ਭਾਵੇਂ ਸੰਘਾਤਮਕ ਪ੍ਰਣਾਲੀ ਹੈ, ਪਰ ਸਾਡਾ ਜਿਹੜਾ ਕੇਂਦਰਵਾਦੀ ਢਾਂਚਾ ਹੈ
ਉਹਦੇ ਵਿੱਚ ਕੇਂਦਰ ਸਰਕਾਰ ਨੂੰ ਵੱਧ ਤਾਕਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ। ਸਾਡਾ ਢਾਂਚਾ ਲਗਭਗ ਕੈਨੇਡਾ ਦੇ ਢਾਂਚੇ ਦੇ ਨਾਲ ਮਿਲਦਾ ਹੈ, ਜਿੱਥੇ ਸੈਂਟਰਲਾਈਜ਼ਡ ਪਾਵਰ ਆ, ਪਰ ਰਾਜਾਂ ਨੂੰ ਵੰਡ ਕੇ ਪਾਵਰਾਂ ਨੇ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਬਚੀਆਂ ਸ਼ਕਤੀਆਂ ਦੇ ਨਾਲ ਹੀ ਕੁਝ ਹੋਰ ਵੀ ਵਿਸ਼ੇ ਨੇ ਜਿਨ੍ਹਾਂ ਵਿਸ਼ਿਆਂ ਕਰਕੇ ਕੇਂਦਰ ਆ ਜਿਹੜਾ ਭਾਵ ਸੰਘ ਸਰਕਾਰ ਹੈ ਉਹ ਰਾਜਾਂ ਦੇ ਵਿਸ਼ਿਆਂ ਦੇ ਵਿੱਚ ਆਪਣਾ ਦਖਲਅੰਦਾਜ਼ੀ ਹੈ ਜਿਹੜੀ ਉਹ ਕਰ ਸਕਦੀਆਂ ਨੇ। ਰਾਜਾਂ ਦੇ ਵਿਸ਼ਿਆਂ ਦੇ ਵਿੱਚ ਵੀ ਕਾਨੂੰਨ ਬਣਾਉਣ ਦੀ ਉਹਨਾਂ ਕੋਲੇ ਸ਼ਕਤੀ ਹੈ। ਤਾਂ ਪਿਆਰੇ ਵਿਦਿਆਰਥੀਓ, ਉਹ ਆਪਾਂ ਗੱਲਾਂ ਪੜ੍ਹਾਂਗੇ ਜਿਨ੍ਹਾਂ ਗੱਲਾਂ ਕਰਕੇ ਰਾਜਾਂ ਦੇ ਵਿੱਚ ਵੀ ਜਿਹੜੀ ਸੰਸਦ ਹੈ ਜਾਂ ਕੇਂਦਰ ਸਰਕਾਰ ਹੈ ਉਹ ਕਾਨੂੰਨ ਬਣਾ ਸਕਦੀ ਹੈ। ਉਹਦੇ ਵਿੱਚੋਂ ਸਭ ਤੋਂ ਪਹਿਲਾ ਪੁਆਇੰਟ ਹੈ ਰਾਜ ਸਭਾ। ਰਾਜ ਸਭਾ ਆਪਾਂ ਨੂੰ ਪਤਾ ਵੀ ਰਾਜਾਂ ਦੀ ਸਭਾ ਹੈਗੀ, ਤੇ ਜੇਕਰ ਰਾਜ ਸਭਾ 2/3 ਬਹੁਮਤ ਨਾਲ ਇੱਕ ਪ੍ਰਸਤਾਵ ਪਾਸ ਕਰ ਦੇਵੇ ਆਰਟੀਕਲ 249 ਅਨੁਸਾਰ, ਭਾਵ 2/3 ਬਹੁਮਤ ਨਾਲ ਇੱਕ ਮਤਾ ਪਾਸ ਕਰ ਦੇਵੇ, ਤਾਂ ਕਿਸੇ ਵਿਸ਼ੇ ਦੇ ਉੱਤੇ ਕੋਈ ਵਿਸ਼ਾ ਜਿਹੜਾ ਜਿਸ ਆਧਾਰ ਦੇ ਉੱਤੇ ਮਤਾ ਪਾਸ ਕੀਤਾ ਗਿਆ ਉਹ ਵਿਸ਼ਾ ਜਿਹੜਾ ਕੁਝ ਸਮੇਂ ਦੇ ਲਈ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ। ਤਾਂ ਮੰਨ ਲਓ ਪੁਲਿਸ ਦਾ ਜਿਹੜਾ ਮਹਿਕਮਾ ਹੈ ਉਹ ਰਾਜਾਂ ਕੋਲ ਹੈ, ਰਾਜ ਜਿਵੇਂ ਮੰਨ ਲਓ ਪੰਜਾਬ ਪੁਲਿਸ ਹੈ, ਹਰਿਆਣਾ ਪੁਲਿਸ ਹੈ, ਹਿਮਾਚਲ ਪੁਲਿਸ ਹੈ, ਤਾਂ ਕਦੇ ਵੀ ਆਪਾਂ ਨੇ ਭਾਰਤ ਪੁਲਿਸ ਸ਼ਬਦ ਨਹੀਂ ਸੁਣਿਆ ਹੋਵੇਗਾ। ਇਹਦਾ ਮਤਲਬ ਕੀ ਹੈ ਵੀ ਜਿਹੜਾ ਪੁਲਿਸ ਦਾ ਮਹਿਕਮਾ ਗਾ ਸ਼ਾਂਤੀ ਬਣਾਈ ਰੱਖਣ ਵਾਲਾ ਜਿਹੜਾ ਮਹਿਕਮਾ, ਕਾਨੂੰਨ ਵਿਵਸਥਾ ਬਣਾਈ ਰੱਖਣ ਵਾਲਾ ਇਸ ਤਰ੍ਹਾਂ ਦਾ ਮਹਿਕਮਾ ਉਹ ਰਾਜਾਂ ਕੋਲ ਹੈ। ਜੇਕਰ ਰਾਜ ਸਭਾ 2/3 ਬਹੁਮਤ ਨਾਲ ਪ੍ਰਸਤਾਵ ਪਾਸ ਕਰ ਦੇਵੇ ਤਾਂ ਇਹ ਵਿਸ਼ਾ ਜਿਹੜਾ ਪੁਲਿਸ ਵਾਲਾ ਮਹਿਕਮਾ ਗਾ ਕੁਝ ਸਮੇਂ ਦੇ ਲਈ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ। ਇਸੇ ਤਰ੍ਹਾਂ ਹੀ ਸੰਕਟਕਾਲੀਨ ਸਥਿਤੀ ਦੀ ਅਵਸਥਾ ਵਿੱਚ ਆਪਾਂ ਨੂੰ ਪਤਾ ਹੈ ਆਪਣੇ ਸੰਕਟਕਾਲੀਨ ਸਥਿਤੀ ਦੌਰਾਨ ਇੱਕ ਰਾਸ਼ਟਰੀ ਸੰਕਟਕਾਲੀਨ ਸਥਿਤੀ ਆਰਟੀਕਲ 352, ਜੇਕਰ ਕੋਈ ਹਮਲਾ ਹੋ ਜੇ ਦੇਸ਼ ਤੇ, ਦੇਸ਼ ਦੀ ਲੜਾਈ ਲੱਗ ਜੇ ਕਿਸੇ ਹੋਰ ਦੇਸ਼ ਨਾਲ, ਜਾਂ ਕੋਈ ਬਹੁਤ ਵੱਡਾ ਵਿਦਰੋਹ ਉੱਠ ਖੜੇ ਦੇਸ਼ ਦੇ ਵਿੱਚ ਹੀ, ਤਾਂ ਰਾਸ਼ਟਰਪਤੀ ਵੱਲੋਂ ਜਿਹੜੀ ਐਮਰਜੈਂਸੀ ਸੰਕਟਕਾਲੀਨ ਸਥਿਤੀ ਹੈ ਜਿਹੜੀ ਉਹ ਘੋਸ਼ਿਤ ਕੀਤੀ ਜਾਂਦੀ ਆ 352, ਜਿਹਨੂੰ ਆਪਾਂ ਰਾਸ਼ਟਰੀ ਐਮਰਜੈਂਸੀ ਕਹਿੰਦੇ ਆ। ਦੂਸਰਾ, ਕਿਸੇ ਰਾਜ ਦੇ ਵਿੱਚ ਜੇਕਰ ਸੰਵਿਧਾਨਕ ਮਸ਼ੀਨਰੀ ਫੇਲ ਹੋ ਜੇ, ਭਾਵ ਕਾਨੂੰਨ ਅਨੁਸਾਰ ਸਿਸਟਮ ਨਾ ਚੱਲੇ, ਤਾਂ ਉੱਥੋਂ ਦਾ ਜਿਹੜਾ ਗਵਰਨਰ ਹੈ ਉਹ ਰਾਸ਼ਟਰਪਤੀ ਦੇ ਕਹਿਣ 'ਤੇ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਂਦਾ ਹੈ। ਉੱਥੋਂ ਦੀ ਜਿਹੜੀ ਸਰਕਾਰ ਹੈ ਉਸ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ, ਅਤੇ ਜਿਹੜਾ ਰਾਜ ਪ੍ਰਬੰਧ ਆ ਉਹ ਸਾਰਾ ਕੇਂਦਰ ਸਰਕਾਰ ਵੱਲੋਂ ਗਵਰਨਰ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਤਾਂ ਜਿਹੜੀ 352 ਆਰਟੀਕਲ ਹੋ ਗਿਆ, ਰਾਸ਼ਟਰੀ ਐਮਰਜੈਂਸੀ ਹੋ ਗਈ। ਜਦੋਂ ਰਾਸ਼ਟਰੀ ਐਮਰਜੈਂਸੀ ਲੱਗੀ ਹੁੰਦੀ ਹੈ ਤਾਂ ਰਾਜਾਂ ਦੀਆਂ ਸਰਕਾਰਾਂ ਨੂੰ ਉਹੀ ਕੰਮ ਕਰਨਾ ਪੈਂਦਾ ਜੋ ਕੇਂਦਰ ਸਰਕਾਰ ਕਹਿੰਦੀ ਹੈ। ਕਈ ਵਾਰ ਰਾਜਾਂ ਦੀਆਂ ਸਰਕਾਰਾਂ ਨੂੰ ਭੰਗ ਵੀ ਕਰ ਦਿੱਤਾ ਜਾਂਦਾ, ਅਤੇ ਸਾਰੇ ਦੇ ਸਾਰੇ ਦੇਸ਼ ਦੀ ਜਿਹੜੀ ਪਾਵਰ ਹੈ ਉਹ ਰਾਜਾਂ ਤੋਂ ਖੋਹ ਕੇ ਸਾਰੀ ਪਾਵਰ ਜਿਹੜੀ ਉਹ ਸੰਘ ਸਰਕਾਰ ਕੋਲ ਚਲੀ ਜਾਂਦੀ ਹੈ। ਇਹ ਵੀ ਇੱਕ ਜਿਹੜਾ ਰਾਜ ਸਰਕਾਰ ਦੇ ਵਿਸ਼ਿਆਂ ਦੇ ਵਿੱਚ ਕੇਂਦਰ ਸਰਕਾਰ ਦੀ ਜਾਂ ਸੰਘ ਸਰਕਾਰ ਦੀ ਇੱਕ ਵੱਡੀ ਦਖਲਅੰਦਾਜ਼ੀ ਹੈ। ਅਤੇ ਨਾਲ ਹੀ ਜਿਹੜੀ ਆਪਾਂ ਗੱਲ ਕਰਕੇ ਹਟਿਆ ਵੀ ਆਰਟੀਕਲ 356 ਅਨੁਸਾਰ ਸੰਵਿਧਾਨਕ ਮਸ਼ੀਨਰੀ ਦੀ ਅਸਫਲਤਾ ਦੀ ਸਥਿਤੀ ਵਿੱਚ, ਤਾਂ ਕਿਸੇ ਵੀ ਰਾਜ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਿਹੜਾ ਉਹ ਰਾਸ਼ਟਰਪਤੀ ਰਾਜ ਆ ਜਿਹੜਾ ਉਹ ਲਗਾਇਆ ਜਾਂਦਾ ਹੈ। ਇਸ ਸੰਬੰਧੀ ਬਹੁਤ ਰੌਲਾ ਪਿਆ, ਕਿਉਂਕਿ ਜੇਕਰ ਕੇਂਦਰ ਸਰਕਾਰ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ ਅਤੇ ਕਿਸੇ ਰਾਜ ਦੇ ਵਿੱਚ ਹੋਰ ਪਾਰਟੀ ਦੀ ਸਰਕਾਰ ਹੋਵੇ, ਕਈ ਵਾਰ ਇਸ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਵੀ ਕਰ ਲਿਆ ਜਾਂਦਾ ਹੈ, ਅਤੇ ਕੇਂਦਰ ਸਰਕਾਰ ਰਾਸ਼ਟਰਪਤੀ ਦੀ ਸਹਾਇਤਾ ਨਾਲ ਉੱਥੇ ਗਵਰਨਰ ਤੋਂ ਕਹਾ ਕੇ ਜਿਹੜੀ ਸੰਵਿਧਾਨਕ ਸ਼ਾਸਨ ਆ ਜਿਹੜਾ ਆਪਾਂ ਕਹਿੰਦੇ ਹਾਂ ਵੀ ਰਾਸ਼ਟਰਪਤੀ ਰਾਜ ਆ ਉੱਥੇ ਉਹ ਲਾਗੂ ਕਰਵਾ ਦਿੱਤਾ ਜਾਂਦਾ। ਇਹਦਾ ਬਹੁਤ ਰੌਲਾ ਚੱਲਿਆ, ਪਰ ਪਿਛਲੇ ਕੁਝ ਸਮੇਂ ਦੇ ਵਿੱਚੋਂ ਮਾਨਯੋਗ ਸੁਪਰੀਮ ਕੋਰਟ ਦੁਆਰਾ ਇਹਦੇ ਵਿੱਚ ਜਿਹੜਾ ਦਖਲਅੰਦਾਜ਼ੀ ਕਰਕੇ ਅਤੇ ਉਹਨਾਂ ਨੇ ਇਹਦੇ ਮਸਲੇ ਦੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਹੋਰ ਮਸਲਾ ਹੈ ਰਾਜਾਂ ਦੀ ਬੇਨਤੀ 'ਤੇ। ਜੇ 2 ਜਾਂ 2 ਤੋਂ ਵੱਧ ਰਾਜ ਨੇ ਜਿਹੜੇ ਮਿਲ ਕੇ ਕੇਂਦਰ ਸਰਕਾਰ ਨੂੰ ਬੇਨਤੀ ਕਰਨ ਕਿ ਆਹ ਵਿਸ਼ਾ ਜਿਹੜਾ ਉਹ ਸਾਡੇ ਤੋਂ ਨਹੀਂ ਚੱਲ ਰਿਹਾ, ਇਹ ਕੇਂਦਰ ਸਰਕਾਰ ਇਹਦੇ ਉੱਤੇ ਕਾਨੂੰਨ ਬਣਾਵੇ, ਇਹਨੂੰ ਚਲਾ ਸਕਦੀ ਆ, ਤਾਂ ਇਹ ਵੀ ਇੱਕ ਵੱਡੀ ਗੱਲ ਹੈ। ਰਾਜਾਂ ਦੀ ਬੇਨਤੀ ਦੇ ਉੱਤੇ ਵੀ ਜਿਹੜਾ ਕੇਂਦਰ ਸਰਕਾਰ ਕੋਲੇ ਵਿਸ਼ਾ ਜਿਹੜਾ ਉਹ ਰਾਜ ਸਰਕਾਰਾਂ ਦਾ ਚਲਿਆ ਜਾਊਗਾ। ਇਹਦੇ ਨਾਲ ਇੱਕ ਹੈ ਅੰਤਰਰਾਸ਼ਟਰੀ ਸਮਝੌਤਿਆਂ ਨੂੰ ਲਾਗੂ ਕਰਨ ਲਈ। ਜੇਕਰ ਕੇਂਦਰ ਸਰਕਾਰ ਨੇ ਕੋਈ ਅੰਤਰਰਾਸ਼ਟਰੀ ਕਿਸੇ ਹੋਰ ਦੇਸ਼ ਨਾਲ ਸਮਝੌਤਾ ਲਾਗੂ ਕੀਤਾ ਤਾਂ ਉਹਨਾਂ ਸਮਝੌਤਿਆਂ ਨੂੰ ਲਾਗੂ ਕਰਨ ਦੇ ਲਈ ਵੀ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਆਦੇਸ਼ ਦੇ ਸਕਦੀ ਹੈ, ਜਾਂ ਫਿਰ ਕੇਂਦਰ ਸਰਕਾਰ ਖੁਦ ਉਸ ਕਾਨੂੰਨ ਦੇ ਵਿੱਚ ਸੋਧ ਆ ਜਿਹੜੀ ਉਹ ਕਰ ਸਕਦੀ ਹੈ। ਤਾਂ ਪਿਆਰੇ ਵਿਦਿਆਰਥੀਓ, ਆਪਾਂ ਕਾਨੂੰਨ ਬਣਾਉਣ ਦੀਆਂ ਸ਼ਕਤੀਆਂ ਦੇ ਸੰਬੰਧ ਦੇ ਵਿੱਚ ਸਮਝ ਗਏ ਵੀ 3 ਸੂਚੀਆਂ ਨੇ ਜਿਹੜੀਆਂ ਉਹਦੇ ਵਿੱਚ ਸੰਘ ਸੂਚੀ ਦੇ ਵਿੱਚ
ਕੇਂਦਰ ਕਾਨੂੰਨ ਬਣਾਉਂਦਾ ਹੈ। ਰਾਜ ਸੂਚੀ ਦੇ ਵਿੱਚ ਰਾਜ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ। ਤੇ ਤੀਸਰਾ ਜਿਹੜਾ ਸਮਵਰਤੀ ਸੂਚੀ ਆ ਉਹ ਸਾਂਝੀ ਸੂਚੀ, ਜਿੱਥੇ ਦੋਵੇਂ ਸੰਘ ਤੇ ਰਾਜ ਮਿਲ ਕੇ ਕਾਨੂੰਨ ਬਣਾਉਂਦੇ ਨੇ, ਪਰੰਤੂ ਜਿਹੜੀ ਪਾਵਰ ਆ ਜ਼ਿਆਦਾਤਰ ਉਹ ਕੇਂਦਰ ਸਰਕਾਰ ਦੇ ਕੋਲ ਹੈ। ਇਸ ਤੋਂ ਬਾਅਦ ਆਪਾਂ ਐਡਮਿਨਿਸਟ੍ਰੇਟਿਵ ਰਿਲੇਸ਼ਨ ਦੀ ਗੱਲ ਕਰਦੇ ਹਾਂ, ਪ੍ਰਸ਼ਾਸਕੀ ਸੰਬੰਧਾਂ ਦੀ ਗੱਲ ਕਰਦੇ ਹਾਂ। ਸੰਘ ਤੇ ਰਾਜਾਂ ਵਿੱਚ ਪ੍ਰਸ਼ਾਸਕੀ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ, ਪਰੰਤੂ ਪ੍ਰਸ਼ਾਸਕੀ ਸ਼ਕਤੀਆਂ ਦੀ ਵੰਡ ਵਿੱਚ ਸੰਘ ਸ਼ਕਤੀਸ਼ਾਲੀ ਹੈ। ਸੰਘ ਕੋਲ ਜ਼ਿਆਦਾ ਪਾਵਰਾਂ ਨੇ। ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਸਰਕਾਰ ਦੇ ਪ੍ਰਸ਼ਾਸਨ ਉੱਤੇ ਸੰਘ ਸਰਕਾਰ ਦਾ ਨਿਯੰਤਰਣ ਸਥਾਪਿਤ ਕੀਤਾ ਗਿਆ ਹੈ। ਆਪਾਂ ਨੂੰ ਪਤਾ ਵੀ ਇੱਥੇ ਵੱਖ-ਵੱਖ ਬੋਲੀਆਂ, ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਕੇਂਦਰ ਸਰਕਾਰ ਕੋਲੇ ਸਭ ਤੋਂ ਜਿਹੜਾ ਔਖ ਦਾ ਵਿਸ਼ਾ ਉਹਨਾਂ ਨੂੰ ਉਹ ਦੇਸ਼ ਦੀ ਏਕਤਾ ਲੱਗਦਾ ਹੈ। ਇਸ ਕਰਕੇ ਜਿਹੜੇ ਪ੍ਰਸ਼ਾਸਕੀ ਸੰਬੰਧ ਨੇ ਉਹਦੇ ਵਿੱਚ ਜਿਹੜਾ ਸੰਘ ਹੈ ਉਹਨੂੰ ਜ਼ਿਆਦਾ ਪਾਵਰਾਂ ਦਿੱਤੀਆਂ ਗਈਆਂ ਨੇ। ਜੇ ਆਪਾਂ ਦੇਸ਼ ਦੇ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਜਿਹੜਾ ਮੁਖੀ ਆ ਦੇਸ਼ ਦਾ ਉਹ ਰਾਸ਼ਟਰਪਤੀ ਹੈ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸਲਾਹ ਤੇ ਉਹ ਸਾਰੇ ਫੈਸਲੇ ਲੈਂਦਾ ਹੈ। ਤੇ ਨਾਲ ਹੀ ਜੇ ਆਪਾਂ ਰਾਜਾਂ ਦੀ ਗੱਲ ਕਰੀਏ ਤੇ ਰਾਜ ਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਮੁਖੀ ਆ ਉਹ ਗਵਰਨਰ ਭਾਵ ਰਾਜਪਾਲ ਹੁੰਦਾ ਹੈ ਤੇ ਰਾਜਪਾਲ ਦੀ ਜਿਹੜੀ ਚੋਣ ਆ ਉਹ ਵੀ ਕੇਂਦਰ ਵੱਲੋਂ ਕੀਤੀ ਜਾਂਦੀ ਹੈ। ਭਾਵੇਂ ਰਾਜਪਾਲ ਆ ਜਿਹੜਾ ਉਹ ਰਾਜ ਦੇ ਮੁੱਖ ਮੰਤਰੀ ਦੀ ਸਲਾਹ ਦੇ ਉੱਤੇ ਸਾਰੇ ਫੈਸਲੇ ਲੈਂਦਾ, ਪਰ ਇਸ ਤੋਂ ਬਿਨਾਂ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਨ੍ਹਾਂ ਗੱਲਾਂ ਦੇ ਵਿੱਚ ਰਾਜਪਾਲ ਆ ਜਿਹੜਾ ਉਹ ਕੇਂਦਰ ਦਾ ਪੱਖ ਰੱਖ ਸਕਦਾ। ਉਹਦੇ ਕੋਲੇ ਬਹੁਤ ਸਾਰੀਆਂ ਪਾਵਰਾਂ ਨੇ। ਭਾਵੇਂ ਜਿਹੜੀਆਂ ਸੂਚੀਆਂ ਬਣੀਆਂ ਹੋਈਆਂ ਨੇ ਲੈਜਿਸਲੇਚਰ ਪਾਵਰਾਂ ਵਾਲੀਆਂ, ਜਿਹਦੇ ਵਿੱਚ ਸੰਘ ਸੂਚੀ ਤੇ ਰਾਜ ਸੂਚੀ, ਸਮਵਰਤੀ ਸੂਚੀ, ਉਸੇ ਤਰ੍ਹਾਂ ਪ੍ਰਸ਼ਾਸਕੀ ਸੰਬੰਧਾਂ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ ਗਈ ਹੈ ਵੀ ਜਿਹੜੇ ਪ੍ਰਸ਼ਾਸਨ ਕਰਨ ਵੇਲੇ ਨੇ ਤਾਂ ਜਿਹੜੀ ਸੰਘ ਸੂਚੀ ਹੈ ਉਹਦੇ ਉੱਤੇ ਸੰਘ ਜਿਹੜੀ ਸਰਕਾਰ ਹੈ ਉਹ ਉਹਨਾਂ ਵਿਸ਼ਿਆਂ ਦੇ ਉੱਤੇ ਪਾਵਰ ਆਪਣੇ ਹੱਥ 'ਚ ਰੱਖੇ ਤੇ ਜਿਹੜੀ ਰਾਜ ਸਰਕਾਰ ਹੈ ਉਹ ਰਾਜ ਸੂਚੀ ਵਾਲੇ ਵਿਸ਼ਿਆਂ ਦੇ ਉੱਤੇ ਰੱਖੇ ਤੇ ਸਮਵਰਤੀ ਸੂਚੀ ਵਿੱਚ ਸਾਂਝੇ ਤੌਰ ਦੇ ਉੱਤੇ ਇਹਨੂੰ ਰਲ ਮਿਲ ਕੇ ਚਲਾਇਆ ਜਾਵੇ। ਪਰ ਜੇਕਰ ਜਿਵੇਂ ਆਪਾਂ ਸ਼ਾਂਤੀ ਵਿਵਸਥਾ ਦੀ, ਪੁਲਿਸ ਦੀ ਗੱਲ ਕਰੀਏ, ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਪਾਵਰਾਂ ਰਾਜਾਂ ਦੇ ਕੋਲ ਨੇ। ਜੇਕਰ ਇਹ ਪਾਵਰਾਂ ਰਾਜਾਂ ਦੇ ਕੋਲ ਰਹਿਣਗੀਆਂ ਤਾਂ ਕੇਂਦਰ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਦੀ ਜਿਹੜੀ ਸਾਂਭ ਸੰਭਾਲ ਹੈ ਜਾਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਉਹ ਰਾਜਾਂ ਕੋਲ ਆ ਜਾਂਦੀ ਹੈ। ਇਸ ਕਰਕੇ ਰਾਜ ਸਰਕਾਰਾਂ ਮੁੱਖ ਰੂਪ ਦੇ ਵਿੱਚ ਬਹੁਤ ਸਾਰੇ ਨਿਰਦੇਸ਼ ਐਵੇਂ ਦੇ ਦਿੰਦੀਆਂ ਨੇ ਕਿ ਕੇਂਦਰ ਸਰਕਾਰ ਦੀ ਜਿਹੜੀ ਸੰਪਤੀ ਆ ਰਾਜ ਸਰਕਾਰਾਂ ਉਹਦੀ ਸੁਰੱਖਿਆ ਕਰਨ। ਇਹਨੂੰ ਆਪਾਂ ਦੇਖ ਸਕਦੇ ਹਾਂ। ਕਾਰਜਕਾਰੀ ਸ਼ਕਤੀਆਂ ਦੇ ਪ੍ਰਯੋਗ ਸੰਬੰਧੀ ਰਾਜਾਂ ਦੀ ਜ਼ਿੰਮੇਵਾਰੀ ਹੈ। ਕੁਝ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ, ਜਿਵੇਂ ਨਿਰਦੇਸ਼ ਦਿੰਦਾ ਕੇਂਦਰ ਸਰਕਾਰ, ਉਸੇ ਤਰ੍ਹਾਂ ਰਾਜ ਸਰਕਾਰਾਂ ਨੂੰ ਉਹਦੀ ਪਾਲਣਾ ਜਿਹੜੀ ਉਹ ਜ਼ਰੂਰੀ ਕਰਨੀ ਪੈਂਦੀ ਹੈ। ਸੰਚਾਰ ਦੇ ਸਾਧਨਾਂ ਦੀ ਉਸਾਰੀ ਅਤੇ ਸੰਭਾਲ ਦੀ ਸੰਬੰਧੀ ਰਾਜਾਂ ਦੀ ਜ਼ਿੰਮੇਵਾਰੀ। ਸੰਚਾਰ ਦੇ ਜਿੰਨੇ ਵੀ ਸਾਧਨ ਨੇ, ਆਉਣ ਜਾਣ, ਕੇਂਦਰ ਸਰਕਾਰ ਦਾ ਕੋਈ ਵੀ ਵਾਹੀਕਲ ਜਾਂ ਕੁਛ ਵੀ ਆਉਂਦਾ ਤਾਂ ਉਹਨੂੰ ਆਪਾਂ ਇਹ ਮੰਨ ਕੇ ਚੱਲਦੇ ਉਹਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਸਾਰੀ ਰਾਜ ਸਰਕਾਰਾਂ ਦੀ ਆ ਤੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਹਨੂੰ ਚੱਲਣਾ ਜ਼ਰੂਰ ਹੈ ਜਿਹੜਾ ਉਹ ਪੈਂਦਾ ਗਾ। ਇਸੇ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਵੀ ਕੇਂਦਰ ਸਰਕਾਰ ਦੇ ਅੰਡਰ ਹੈ ਜਿਹੜਾ ਰੇਲ ਮਾਰਗਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ। ਰੇਲ ਮਾਰਗ ਕੇਂਦਰ ਸਰਕਾਰ ਦੇ ਨੇ ਪਰ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਆ ਉਹ ਰਾਜਾਂ ਨੂੰ ਜਿਹੜੀ ਉਹ ਦਿੱਤੀ ਗਈ ਹੈ। ਰਾਜਾਂ ਦੇ ਰਾਜਪਾਲਾਂ ਦੀ ਕੇਂਦਰ ਦੁਆਰਾ ਨਿਯੁਕਤੀ। ਇੱਕ ਪ੍ਰਸ਼ਾਸਕੀ ਸੰਬੰਧਾਂ ਦੇ ਵਿੱਚ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਵੀ ਜਿਹੜੇ ਰਾਜਾਂ ਦੇ ਰਾਜਪਾਲ ਨੇ ਉਹਨਾਂ ਦੀ ਨਿਯੁਕਤੀ ਕੇਂਦਰ ਦੁਆਰਾ ਕੀਤੀ ਜਾਂਦੀ ਹੈ, ਕਿਉਂਕਿ ਫੈਸਲਾ ਉਹਨਾਂ ਨੇ ਰਾਜਾਂ ਦੇ ਵਿੱਚ ਬਣੇ ਬਿੱਲਾਂ ਦਾ ਮੁੱਖ ਮੰਤਰੀ ਵੱਲੋਂ ਪਾਸ ਕੀਤੇ ਜਾਂ ਸਲਾਹ ਦਿੱਤੀ ਗੱਲਾਂ ਦਾ ਕਰਨਾ ਹੁੰਦਾ, ਪਰ ਉਹਨਾਂ ਦੀ ਜਿਹੜੀ ਨਿਯੁਕਤੀ ਆ ਉਹ ਕੇਂਦਰ ਵੱਲੋਂ ਕੀਤੀ ਜਾਂਦੀ ਹੈ। ਤਾਂ ਇੱਕ ਤਰ੍ਹਾਂ ਦਾ ਪ੍ਰਸ਼ਾਸਨ ਦੇ ਉੱਤੇ ਇੱਕ ਵੱਡਾ ਜਿਹੜਾ ਚੈੱਕ ਲਾਇਆ ਗਿਆ ਉਹ ਕੇਂਦਰ ਵੱਲੋਂ ਰਾਜਾਂ ਦੇ ਰਾਜਪਾਲਾਂ ਦੀ ਨਿਯੁਕਤੀ ਸਮੇਂ ਲਾਇਆ ਜਾਂਦਾ ਹੈ, ਕਿਉਂਕਿ ਜਿਹੜਾ ਰਾਜਪਾਲ ਹੈ ਉਹਨੂੰ ਇੱਕ ਤਰ੍ਹਾਂ ਦਾ ਏਜੰਟ ਮੰਨਿਆ ਜਾਂਦਾ ਕੇਂਦਰ ਸਰਕਾਰ ਦਾ, ਜਿਹੜਾ ਰਾਜਾਂ ਦੇ ਮਾਮਲਿਆਂ ਦੇ ਵਿੱਚ ਨਿਗਾਹ ਰੱਖਦਾ ਹੈ, ਕਾਨੂੰਨ ਅਨੁਸਾਰ ਸਾਰਾ ਸਿਸਟਮ ਚਲਾਉਂਦਾ ਹੈ ਤੇ ਰਾਜਾਂ ਦੁਆਰਾ ਜਿਹੜੇ ਬਿੱਲ ਪਾਸ ਕੀਤੇ ਹੁੰਦੇ ਨੇ ਉਹਨਾਂ ਦੇ ਉੱਤੇ ਸਾਈਨ ਕਰਨ ਸਮੇਂ ਆਪਣੇ ਕੇਂਦਰ ਸਰਕਾਰ ਦੀ ਜਿਹੜੀ ਉਹ ਸਹਾਇਤਾ ਵੀ ਜ਼ਰੂਰ ਲੈਂਦਾ ਹੈ। ਇਸੇ ਤਰ੍ਹਾਂ ਹੀ ਪ੍ਰਸ਼ਾਸਕੀ ਸੰਬੰਧ ਨੇ ਜਿਹੜੇ ਉਹ ਰਾਸ਼ਟਰੀ ਸੰਕਟਕਾਲੀਨ ਦੇ ਸਮੇਂ ਕੇਂਦਰ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਜਾਂਦਾ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਵੀ ਵੱਖ-ਵੱਖ ਸੰਕਟਕਾਲੀਨ ਸਥਿਤੀਆਂ ਨੇ ਜਿਹਦੇ ਵਿੱਚ ਆਰਟੀਕਲ 352 ਹੋ ਗਿਆ, 356 ਹੋ ਗਿਆ ਜਾਂ 360 ਹੋ ਗਿਆ। ਇਹਨਾਂ ਸਥਿਤੀਆਂ ਦੇ ਦੌਰਾਨ ਜ਼ਿਆਦਾਤਰ ਜਿਹੜੀ ਪਾਵਰ ਆ ਉਹ ਕੇਂਦਰ ਸਰਕਾਰ ਦੇ ਕੋਲ ਚਲੀ ਜਾਂਦੀ ਹੈ। ਕੇਂਦਰ ਸਰਕਾਰ ਦੇ ਕੋਲ ਇਹ ਪਾਵਰ ਜਾਣ ਕਰਕੇ
ਜਿਹੜਾ ਕੇਂਦਰ ਦਾ ਪ੍ਰਭਾਵ ਆ ਉਹ ਵੱਧ ਜਾਂਦਾ ਹੈ। ਭਾਵ ਲਗਭਗ ਸਾਰੇ ਹੀ ਜਿਹੜੇ ਰਾਜ ਸੂਚੀ ਦੇ ਵਿਸ਼ੇ ਨੇ ਉਹਨਾਂ ਦੇ ਵਿੱਚ ਵੀ ਕੇਂਦਰ ਸਰਕਾਰ ਆਪਣੇ ਵੱਲੋਂ ਜਿਹੜਾ ਉਹ ਕਾਨੂੰਨ ਬਣਾ ਸਕਦੀ ਹੈ। ਤੀਸਰਾ, ਆਰਟੀਕਲ 356 ਦੇ ਅਨੁਸਾਰ ਰਾਜਾਂ ਦੇ ਵਿੱਚ ਸੰਵਿਧਾਨਕ ਸੰਕਟ ਕਾਲ ਦੀ ਸਥਿਤੀ ਪੈਦਾ ਹੁੰਦੀ ਹੈ। ਉਦੋਂ ਵੀ ਜਿਹੜਾ ਰਾਜ ਦਾ ਜਿਹੜਾ ਗਵਰਨਰ ਹੈ ਉਹ ਰਾਜ ਭਾਗ ਚਲਾਉਂਦਾ ਗਾ ਅਤੇ ਉਸ ਨੂੰ ਕਿਹਾ ਜਾਂਦਾ ਵੀ ਰਾਸ਼ਟਰਪਤੀ ਰਾਜ ਉਸ ਖੇਤਰ ਦੇ ਵਿੱਚ ਉਸ ਰਾਜ ਦੇ ਵਿੱਚ ਲਾਗੂ ਹੋ ਗਿਆ, ਤਾਂ ਉਦੋਂ ਵੀ ਜਿਹੜੀ ਸਾਰੀ ਪਾਵਰ ਆ ਉਹ ਕੇਂਦਰ ਸਰਕਾਰ ਕੋਲ ਚਲੀ ਜਾਂਦੀ ਹੈ। ਤਾਂ ਪਿਆਰੇ ਵਿਦਿਆਰਥੀਓ, ਇਸ ਤੋਂ ਬਾਅਦ ਆਪਾਂ ਤੀਸਰਾ ਜਿਹੜਾ ਟੌਪਿਕ 'ਤੇ ਆਏ ਹਾਂ, ਜਿਹੜਾ ਹੈ ਵਿੱਤੀ ਸੰਬੰਧ, ਫਾਈਨੈਂਸ਼ੀਅਲ ਰਿਲੇਸ਼ਨ। ਆਪਾਂ ਨੂੰ ਪਤਾ 21ਵੀਂ ਸਦੀ ਦੇ ਵਿੱਚ ਪੈਸਾ ਬਹੁਤ ਮੁੱਖ ਚੀਜ਼ ਹੈ, ਇਸ ਕਰਕੇ ਵਿੱਤੀ ਸੰਬੰਧਾਂ ਨੂੰ ਬਹੁਤ ਮੁੱਖ ਮੰਨਿਆ ਗਿਆ ਹੈ। ਵਿੱਤੀ ਸੰਬੰਧਾਂ ਦੇ ਵਿੱਚ ਇਹ ਆ ਜਾਂਦਾ ਵੀ ਜਿਹੜੇ ਲੋਕਾਂ ਤੋਂ ਟੈਕਸ ਇਕੱਠਾ ਕਰਨਾ ਉਹ ਕਿਵੇਂ ਇਕੱਠਾ ਕੀਤਾ ਜਾਂਦਾ। ਦੋ ਤਰ੍ਹਾਂ ਦੇ ਟੈਕਸ ਹੁੰਦੇ ਨੇ, ਆਪਾਂ ਨੂੰ ਪਤਾ। ਇੱਕ ਹੋ ਗਿਆ ਡਾਇਰੈਕਟ, ਇੱਕ ਇਨਡਾਇਰੈਕਟ। ਡਾਇਰੈਕਟ ਹੋ ਗਿਆ ਜਿੱਥੇ ਸਰਕਾਰ ਸਿੱਧੀ ਟੈਕਸ ਪੇਅਰ ਤੋਂ ਪੈਸੇ ਲੈਂਦੀ ਹੈ ਟੈਕਸ ਦੇ ਰੂਪ ਦੇ ਵਿੱਚ, ਜਿਵੇਂ ਆਮਦਨ ਟੈਕਸ ਵਗੈਰਾ ਹੋ ਗਿਆ, ਹੈ ਨਾ। ਅਤੇ ਇਨਡਾਇਰੈਕਟ ਹੁੰਦਾ ਜਿੱਥੇ ਜਿਵੇਂ ਕੋਈ ਚੀਜ਼ ਬਣੀ ਆ ਕਿਸੇ ਕੰਪਨੀ ਦੇ ਵਿੱਚ, ਅੱਗੇ ਉਹਨੇ ਕਿਸੇ ਹੋਰ ਨੂੰ ਵੇਚੀ, ਅੱਗੇ ਉਹਨੇ ਕਿਸੇ ਦੁਕਾਨ ਵਾਲੇ ਨੂੰ ਵੇਚੀ, ਦੁਕਾਨ ਵਾਲੇ ਨੇ ਕਿਸੇ ਮਤਲਬ ਗਾਹਕ ਨੂੰ ਵੇਚੀ, ਤਾਂ ਦੋ ਤਿੰਨ ਥਾਵਾਂ ਦੇ ਉੱਤੇ ਕੋਈ ਚੀਜ਼ ਜਦੋਂ ਘੁੰਮਦੀ ਹੈ ਤਾਂ ਉਹਦੇ 'ਤੇ ਵੱਖ-ਵੱਖ ਥਾਵਾਂ 'ਤੇ ਟੈਕਸ ਪੈਂਦਾ, ਜਿਹਨੂੰ ਆਪਾਂ ਇਨਡਾਇਰੈਕਟ ਟੈਕਸ ਕਹਿੰਦੇ ਹਾਂ। ਡਾਇਰੈਕਟ ਟੈਕਸ ਸੌਖਾ ਇਕੱਠਿਆ ਹੋ ਸਕਦਾ, ਪਰ ਜਿਹੜਾ ਇਨਡਾਇਰੈਕਟ ਟੈਕਸ ਹੈ ਇਹਨੂੰ ਇਕੱਠਾ ਕਰਨਾ ਬਹੁਤ ਔਖਾ। ਇਸ ਕਰਕੇ ਇਨਡਾਇਰੈਕਟ ਟੈਕਸ ਨੂੰ ਪਹਿਲੀ ਗੱਲ ਤਾਂ ਇਹ ਗੱਲ ਆਪਾਂ ਕਲੀਅਰ ਕਰ ਲਈਏ ਵੀ ਜਿਹੜਾ ਵਿੱਤੀ ਸੰਬੰਧ ਨੇ ਉਹਦੇ ਵਿੱਚ ਕੇਂਦਰ ਸਰਕਾਰ ਬਹੁਤ ਮਜ਼ਬੂਤ ਹੈ। ਕੇਂਦਰ ਸਰਕਾਰ ਕੋਲੇ ਜ਼ਿਆਦਾ ਸਾਧਨ ਨੇ ਪੈਸਾ ਇਕੱਠਾ ਕਰਨ ਦੇ, ਅਤੇ ਬਹੁਤ ਸਾਰੇ ਵਿਸ਼ਿਆਂ ਦੇ ਵਿੱਚ ਕੇਂਦਰ ਸਰਕਾਰ ਰਾਜ ਸਰਕਾਰ ਦੇ ਜਿਹੜੇ ਵਿਸ਼ੇ ਨੇ ਉਹਨਾਂ ਦੇ ਵਿੱਚ ਉਸੇ ਤਰ੍ਹਾਂ ਹੀ ਜਿਵੇਂ ਵਿਧਾਨਕ ਕੰਮਾਂ ਦੇ ਵਿੱਚ ਉਹ ਮਤਲਬ ਦਖਲਅੰਦਾਜ਼ੀ ਕਰ ਸਕਦੀ ਹੈ, ਜਿਵੇਂ ਪ੍ਰਸ਼ਾਸਕੀ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕਰ ਸਕਦੀ ਹੈ, ਉਵੇਂ ਵਿੱਤੀ ਸੰਬੰਧਾਂ ਦੇ ਵਿੱਚ ਦਖਲਅੰਦਾਜ਼ੀ ਕਰ ਸਕਦੀ ਹੈ। ਰਾਜਾਂ ਕੋਲ ਵਿੱਤ ਇਕੱਠਾ ਕਰਨ ਦੇ ਸਾਧਨ ਬਹੁਤ ਘੱਟ ਨੇ ਅਤੇ ਕੇਂਦਰ ਸਰਕਾਰ ਵੱਲੋਂ ਉਹਨੂੰ ਗਰਾਂਟਾਂ ਦਿੱਤੀਆਂ ਜਾਂਦੀਆਂ ਨੇ। ਮਾਣਯੋਗ ਵਿੱਤ ਕਮਿਸ਼ਨ ਦੇ ਵੱਲੋਂ ਹਰੇਕ 5 ਸਾਲ ਬਾਅਦ ਸਥਾਪਨਾ ਹੁੰਦੀ ਹੈ ਵਿੱਤ ਕਮਿਸ਼ਨ ਦੀ। ਉਹਦੇ ਵੱਲੋਂ ਕੇਂਦਰ ਅਤੇ ਰਾਜਾਂ ਦੇ ਵਿੱਚ ਗਰਾਂਟਾਂ ਦੀ ਜਿਹੜੀ ਉਹ ਵੰਡ ਕੀਤੀ ਜਾਂਦੀ ਹੈ, ਪੈਸੇ ਦੀ ਵੰਡ ਕੀਤੀ ਜਾਂਦੀ ਹੈ ਕਿ ਕਿੰਨਾ ਪੈਸਾ ਕੇਂਦਰ ਵੱਲੋਂ ਰਾਜਾਂ ਨੂੰ ਦਿੱਤਾ ਜਾਵੇਗਾ, ਕਿੰਨਾ ਕੇਂਦਰ ਖੁਦ ਰੱਖੇਗਾ। ਤਾਂ ਆਪਾਂ ਦੇਖ ਸਕਦੇ ਹਾਂ ਵੀ ਦੋ ਸਿਸਟਮ ਨੇ ਜਿਹੜੇ ਟੈਕਸ ਦੇ। ਡਾਇਰੈਕਟ ਟੈਕਸ ਇਕੱਠਾ ਕਰਨਾ ਸੌਖਾ ਹੈ, ਪਰ ਜਿਹੜਾ ਇਨਡਾਇਰੈਕਟ ਟੈਕਸ ਹੈ ਉਹ ਇਕੱਠਾ ਕਰਨਾ ਔਖਾ ਸੀ। ਇਸ ਦੇ ਵਾਸਤੇ ਇੱਕ 101 ਸੰਵਿਧਾਨਕ ਸੋਧ ਪਾਸ ਕੀਤੀ ਗਈ ਜਿਹਦੇ ਵਿੱਚ GST ਲਾਗੂ ਕੀਤਾ ਗਿਆ ਭਾਰਤ ਦੇ ਵਿੱਚ। GST ਕੀ ਹੈ? ਗੁਡਸ ਐਂਡ ਸਰਵਿਸਿਜ਼ ਟੈਕਸ। ਪਹਿਲਾਂ ਇਨਡਾਇਰੈਕਟ ਟੈਕਸ ਸੀ ਜਿਹੜੇ ਉਹ ਕਈ ਸਾਰੇ ਸੀਗੇ, ਜਿਹਦੇ ਵਿੱਚ ਵੈਟ ਹੋ ਗਿਆ, ਐਕਸਾਈਜ਼ ਡਿਊਟੀ ਹੋ ਗਈ, ਬਹੁਤ ਸਾਰੇ ਟੈਕਸ ਐਵੇਂ ਦੇ ਸੀ ਜਿਨ੍ਹਾਂ ਨੂੰ ਇਕੱਠਾ ਕਰਨਾ, ਉਹਨਾਂ ਨੂੰ ਲਾਗੂ ਕਰਨਾ ਬਹੁਤ ਔਖਾ ਸੀ। ਪਰੰਤੂ GST ਜਿਹਨੂੰ ਆਪਾਂ ਕਹਿ ਸਕਦੇ ਕਿ ਵਸਤੂਆਂ ਅਤੇ ਸੇਵਾਵਾਂ ਟੈਕਸ ਹੈ ਜਿਹੜਾ ਉਹ ਲਾਗੂ ਕੀਤਾ ਗਿਆ 1 ਜੁਲਾਈ 2017 ਤੋਂ। ਇਹ GST ਕੀ ਇੱਕ ਵਿਆਪਕ ਸਿੱਧਾ ਟੈਕਸ ਹੈ, ਇਨਡਾਇਰੈਕਟ ਟੈਕਸ ਹੈ, ਜੋ ਰਾਸ਼ਟਰੀ ਪੱਧਰ 'ਤੇ ਵਸਤੂਆਂ ਦੇ ਨਿਰਮਾਣ, ਵਸਤੂਆਂ ਦੀ ਮੈਨੂਫੈਕਚਰਿੰਗ ਹੁੰਦੀ ਹੈ, ਵਿਕਰੀ ਹੁੰਦੀ ਹੈ ਅਤੇ ਖਪਤ ਹੁੰਦੀ ਹੈ, ਉਹਨਾਂ ਦੇ ਨਾਲ ਸੇਵਾਵਾਂ 'ਤੇ ਲਾਇਆ ਗਿਆ। ਜਿਵੇਂ ਤੁਸੀਂ ਕਿਸੇ ਹੋਟਲ ਦੇ ਵਿੱਚ ਜਾਂਦੇ ਹੋ, ਤੁਸੀਂ ਖਾਣਾ ਖਾਧਾ ਤਾਂ ਤੁਸੀਂ ਤੁਹਾਡੇ ਬਿੱਲ ਦੇ ਨਾਲ ਥੱਲੇ CGST ਅਤੇ SGST ਲਿਖਿਆ ਹੁੰਦਾ ਗਾ, ਉਹ ਟੈਕਸ ਜਿਹੜਾ ਲੱਗਦਾ ਉਹਨੂੰ ਆਪਾਂ ਉਹੀ GST ਦੀ ਗੱਲ ਕਰ ਰਹੇ ਹਾਂਗੇ। ਇਹ ਮਾਡਲ ਲਾਗੂ ਹੈ ਤੇ 1 ਜੁਲਾਈ 2017 ਤੋਂ, ਅਤੇ ਭਾਰਤ ਦੇ ਵਿੱਚ ਇਹ ਦੋਹਰਾ ਮਾਡਲ ਅਪਣਾਇਆ ਗਿਆ ਗਾ ਵੀ ਆਪਣੇ ਕੇਂਦਰ ਵੀ ਟੈਕਸ ਲਾਉਂਦਾ ਇਹ ਅਤੇ ਰਾਜ ਸਰਕਾਰਾਂ ਵੀ ਟੈਕਸ ਲਾਉਂਦੀਆਂ ਨੇ। ਇਹ ਅਸਿੱਧਾ ਟੈਕਸ ਆ ਜਿਹੜਾ ਉਸੇ ਨੂੰ ਬੰਦ ਕਰਕੇ ਇਹ ਜਿਹੜਾ ਸਿਸਟਮ ਆ ਉਹ ਚਲਾਇਆ ਗਿਆ ਸੀ। ਇਹਦੀਆਂ 5 ਸਲੈਬਾਂ ਨੇ। ਇੱਕ ਤਾਂ ਉਹ ਚੀਜ਼ਾਂ ਨੇ ਜਿਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ, ਜਿਵੇਂ ਦੁੱਧ, ਆਂਡੇ, ਦਹੀਂ, ਕੁਦਰਤੀ ਸ਼ਹਿਦ, ਫਲ, ਸਬਜ਼ੀਆਂ, ਖੁੱਲ੍ਹਾ ਆਟਾ, ਜਿਹੜੀਆਂ ਬਹੁਤ ਆਮ ਵਰਤੋਂ ਦੀਆਂ, ਜਿਹਨਾਂ ਨੂੰ ਗਰੀਬਾਂ ਦੁਆਰਾ ਜਿਨ੍ਹਾਂ ਦੀ ਵਰਤੋਂ ਆਮ ਕਰਕੇ ਕੀਤੀ ਜਾਂਦੀ ਹੈ, ਜ਼ਰੂਰੀ ਲੋੜਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਦੇ 'ਤੇ 0% GST ਟੈਕਸ ਹੈ। ਦੂਸਰੀ ਸਲੈਬ ਹੈ 5% ਵਾਲੀ। ਇਹ ਜਿਹੜੀਆਂ ਜ਼ਿਆਦਾਤਰ ਚੀਜ਼ਾਂ ਵਰਤੀਆਂ ਜਾਂਦੀਆਂ ਨੇ, ਜਿਵੇਂ ਖੰਡ, ਚਾਹ, ਪੈਕਟ ਫੂਡ ਹੋ ਗਿਆ, ਕੋਲਾ ਹੋ ਗਿਆ, ਫੈਬਰਿਕ, ਮਸਾਲੇ ਹੋ ਗਏ, ਅਗਰਬੱਤੀ ਹੋ ਗਈ, ਐਵੇਂ ਦਾ ਜਿਹੜਾ ਸਮਾਨ ਹੈ ਇਹ ਸਾਰੇ ਸਮਾਨ ਦੇ ਉੱਤੇ 5% ਜਿਹੜਾ ਟੈਕਸ ਆ ਉਹ GST ਦਾ ਲਿਆ ਜਾਂਦਾ। ਇੱਕ ਹੋ ਗਿਆ 12% ਵਾਲੀ ਸਲੈਬ। ਇਹਦੇ ਵਿੱਚ ਮੱਖਣ, ਘਿਓ, ਬਦਾਮ, ਹੋਟਲ, ਰਿਹਾਇਸ਼ ਹੋ ਗਈ, 7500 ਰੁਪਇਆ ਪ੍ਰਤੀ ਦਿਨ ਤੋਂ ਜਿਹਦੇ ਜ਼ਿਆਦਾ ਮਤਲਬ ਪੈਸੇ ਲੱਗਦੇ ਨੇਗੇ, ਤਾਂ ਇਹ ਸਾਰੀਆਂ ਸੇਵਾਵਾਂ ਨੇਗੀਆਂ ਜਾਂ ਇਹ ਜਿਹੜਾ ਵਸਤੂਆਂ ਨੇ ਇਹਨਾਂ ਦੇ ਉੱਤੇ 12% ਟੈਕਸ ਲੱਗਦਾ। ਇਸ ਤਰ੍ਹਾਂ ਚੌਥੀ ਸਲੈਬ ਆ ਗਈ 18% ਵਾਲੀ। ਇਹਦੇ ਵਿੱਚ ਜਿਹੜੀਆਂ ਮੁੱਖ ਚੀਜ਼ਾਂ ਨੇ ਜਿਵੇਂ ਵਾਲਾਂ ਦਾ ਤੇਲ, ਸਾਬਣ, ਆਈਸਕ੍ਰੀਮ, ਹੋਟਲ ਰਿਹਾਇਸ਼ ਜਿਹੜੀ ਮਤਲਬ ਕਾਫੀ ਪੈਸਿਆਂ ਦੇ ਵਿੱਚ ਹੋਵੇ, ਮਤਲਬ ਰੇਟ ਜ਼ਿਆਦਾ ਹੋਵੇ, ਤਾਂ ਉਹ 'ਤੇ 18% ਆ ਜਿਹੜਾ ਉਹ ਟੈਕਸ ਲੱਗਦਾ। ਜਿਹੜੀ ਸਭ ਤੋਂ ਵੱਡੀ ਸਲੈਬ ਹੈ ਇਹਦੀ ਉਹ 28%। ਜਿਵੇਂ
सिगार है, कार्बोनेटेड पीने वाले पदार्थ ने, ऑनलाइन गेमिंग है, IPL वगैरह ਜਿਹੜੀ ਆਪਾਂ ਗੇਮਸ ਤੁਸੀਂ ਦੇਖਦੇ ਹੋਗੇ, ਇਹ ਗੇਮਸ ਮਨੁੱਖ ਲਈ ਜ਼ਰੂਰੀ ਨਹੀਂ ਹੈਗੀਆਂ। ਇਸ ਕਰਕੇ ਇਹਦੇ ਉੱਤੇ 28% ਟੈਕਸ ਆ ਜਿਹੜਾ ਉਹ ਲੱਗਦਾ ਗਾ। ਇਸੇ ਦੇ ਨਾਲ ਆਪਾਂ ਨੂੰ ਇਹ ਗੱਲ ਦੱਸਣੀ ਵੀ ਜ਼ਰੂਰੀ ਹੈ ਕਿ ਬਹੁਤ ਸਾਰੀਆਂ ਇਹੋ ਜਿਹੇ ਪ੍ਰੋਡਕਟ ਨੇ ਜਿਨ੍ਹਾਂ ਦੇ ਉੱਤੇ GST ਲਾਇਆ ਨਹੀਂ ਗਿਆ, ਜਿਵੇਂ ਪੈਟਰੋਲੀਅਮ ਪਦਾਰਥ ਨੇ ਉਹਨਾਂ ਦੇ ਉੱਤੇ ਲਾਇਆ ਨਹੀਂ ਗਿਆ, GST ਤੋਂ ਬਾਹਰ ਨੇ। ਠੀਕ ਹੈ, ਸ਼ਰਾਬ ਹੈ, ਠੇਕਿਆਂ ਦੀ ਸਿਸਟਮ ਆ ਜਿਹੜਾ ਉਹ ਐਕਸਾਈਜ਼ ਡਿਊਟੀ ਉਸੇ ਤਰ੍ਹਾਂ ਹੀ ਲਈ ਜਾ ਰਹੀ ਹੈ। ਇਸੇ ਤਰ੍ਹਾਂ ਪੈਟਰੋਲ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਤੋਂ ਵੀ ਇਹੀ ਲਈ ਜਾ ਰਹੀ ਹੈ। ਇਸੇ ਤਰ੍ਹਾਂ ਹੀ ਇੱਕ ਨੌਕਰੀ ਕਰਨ ਵਾਲਾ ਅਤੇ ਨੌਕਰੀ ਦੇਣ ਵਾਲਾ ਇਹਨਾਂ ਦੇ ਵਿਚਾਲੇ ਜਿਹੜਾ ਰਿਲੇਸ਼ਨ ਹੈ ਉਹਦੇ ਉੱਤੇ ਵੀ GST ਜਿਹੜਾ ਉਹ ਲਾਗੂ ਨਹੀਂ ਹੁੰਦਾ। GST ਤਿੰਨ ਤਰ੍ਹਾਂ ਦਾ, ਇੱਕ IGST ਹੈ, ਇਹ ਵਸਤੂਆਂ ਤੇ ਸੇਵਾਵਾਂ ਦੀ ਹਰੇਕ ਅੰਤਰਰਾਜੀ ਸਪਲਾਈ ਤੇ ਲੱਗਦਾ। ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਜਦੋਂ ਸਪਲਾਈ ਹੁੰਦੀ ਹੈ ਵਸਤੂਆਂ ਦੀ ਜਾਂ ਸੇਵਾਵਾਂ ਦੀ ਤਾਂ ਉਹਦੇ ਉੱਤੇ IGST ਲੱਗਦਾ। ਇੱਕ CGST ਹੈ, ਜਦੋਂ ਕੇਂਦਰ ਇਹਨੂੰ ਆਪਾਂ ਕੇਂਦਰ ਸਰਕਾਰ ਦਾ ਜਿਹੜਾ GST ਇਹ ਕੇਂਦਰ ਦੇ ਹੱਥ ਦੇ ਵਿੱਚ ਹੈ। IGST ਤੇ CGST ਹੈ, ਇਹਨੂੰ ਇਕੱਠਾ ਕੇਂਦਰ ਸਰਕਾਰ ਕਰਦੀ ਹੈ। ਇੱਕ SGST ਹੈ, ਇਹ ਕੀ ਹੈ, ਰਾਜਾਂ ਦੁਆਰਾ ਚੀਜ਼ਾਂ ਤੇ ਸੇਵਾਵਾਂ ਤੇ ਲਾਇਆ ਜਾਂਦਾ, ਵੀ ਇੱਕ ਰਾਜ ਦੇ ਵਿੱਚ ਜਿੰਨੀਆਂ ਚੀਜ਼ਾਂ ਖਪਤ ਹੁੰਦੀਆਂ ਨੇ, ਜਿੰਨਾਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਉਸ ਰਾਜ ਦੁਆਰਾ ਲਾਇਆ ਜਾਂਦਾ। ਤਾਂ IGST ਤੇ CGST ਹੈ ਜਿਹੜਾ ਇਹ ਇਕੱਠਾ ਕਰਦਾ ਕੇਂਦਰ ਸਰਕਾਰ। SGST ਹੈ ਜਿਹੜਾ ਇਹ ਜਿਹੜਾ ਮਤਲਬ ਇਕੱਠਾ ਕਰਦੀ ਹੈਗੀ ਰਾਜ ਸਰਕਾਰ। ਜਿਹੜਾ ਕੇਂਦਰ ਸਰਕਾਰ ਵਾਲਾ ਹਿੱਸਾ ਗਾ ਉਹਨੂੰ ਵੀ ਰਾਜਾਂ ਦੇ ਵਿੱਚ ਫਾਈਨਾਂਸ ਕਮਿਸ਼ਨ ਦੀ ਸਹਾਇਤਾ ਨਾਲ ਜਾਂ ਹੋਰ ਬਹੁਤ ਸਾਰੇ ਮੁੱਦਿਆਂ ਦੀ ਸਹਾਇਤਾ ਦੇ ਨਾਲ ਵੰਡ ਦਿੱਤਾ ਜਾਂਦਾ ਹੈ। ਰਾਜਾਂ ਦੇ ਵਿੱਚ ਗ੍ਰਾਂਟ ਏਡ ਦੇ ਤਹਿਤ ਵੰਡ ਦਿੱਤਾ ਜਾਂਦਾ। ਇਹ ਜਿਹੜਾ GST ਹੈ ਇਹਦੇ ਉੱਤੇ ਫੈਸਲਾ ਲੈਣ ਦੇ ਲਈ ਇੱਕ ਕਾਉਂਸਲ ਬਣਾਈ ਗਈ ਹੈ। ਉਹ ਕਾਉਂਸਲ ਹੀ ਤੈਅ ਕਰਦੀ ਹੈ ਵੀ ਰੇਟ ਕੀ ਹੋਣਗੇ, ਇਹਦੇ ਵਿੱਚ ਕੀ ਫਰਕ ਹੋਊ, ਕਿਹੜੀ ਚੀਜ਼ GST ਤੋਂ ਬਾਹਰ ਰਹੂ, ਕਿਹੜੀ ਚੀਜ਼ GST ਦੇ ਅੰਦਰ ਰਹੂਗੀ। ਤਾਂ ਇਹਦਾ ਜਿਹੜਾ ਚੇਅਰਪਰਸਨ ਉਹ ਵਿੱਤ ਮੰਤਰੀ ਭਾਰਤ ਦਾ, ਵਾਈਸ ਚੇਅਰਮੈਨ ਇਹਦਾ ਚੁਣਿਆ ਜਾਂਦਾ ਹੈ। ਜਿਹੜਾ ਇਹਦਾ ਸਕੱਤਰ ਹੋਊਗਾ ਕੇਂਦਰ ਸਰਕਾਰ ਦਾ ਜਿਹੜਾ ਵਿੱਤ ਮਹਿਕਮੇ ਦਾ ਸਕੱਤਰ ਹੈ ਉਹੀ ਇਹਦਾ ਸਕੱਤਰ ਹੋਊਗਾ। ਹਰੇਕ ਰਾਜ ਦਾ ਜਿਹੜਾ ਵਿੱਤ ਮੰਤਰੀ ਆ ਉਹ ਇਹਦਾ ਮੈਂਬਰ ਹੋਊਗਾ। ਇਸ ਤਰ੍ਹਾਂ ਨਾਲ CBEC ਦਾ ਇਹ ਜਿਹੜੇ ਅਹੁਦੇਦਾਰ ਨੇ ਇਹ ਵੀ ਇਸ ਚੀਜ਼ ਦੇ ਮੈਂਬਰ ਆ ਜਿਹੜੇ ਉਹ ਹੋਣਗੇ। ਇਸ ਤਰੀਕੇ ਨਾਲ ਜਿਹੜਾ GST ਆ ਉਹ ਕੰਮ ਕਰਦਾ। ਪਰ ਇਹਦੀ ਆਲੋਚਨਾ ਵੀ ਬਹੁਤ ਹੋਈ ਆ। ਉਹਦਾ ਕਾਰਨ ਇਹ ਸੀ ਵੀ GST ਆਉਣ ਦੇ ਨਾਲ ਜਿਹੜੀ ਜ਼ਿਆਦਾਤਰ ਫਾਈਨੈਂਸ਼ੀਅਲ ਪਾਵਰ ਸੀ, ਜਿਹੜੀ ਬਚੀ ਖੁਚੀ ਵੀ ਸੀ, ਉਹ ਵੀ ਕੇਂਦਰ ਸਰਕਾਰ ਦੇ ਹੱਥ ਵਿੱਚ ਚਲੀ ਗਈ। ਕਿਉਂਕਿ ਜਿਹੜਾ IGST ਵਾਲਾ ਜਾਂ CGST ਵਾਲਾ ਜੋ ਉਹਨੇ ਵੰਡ ਕੇ ਦੇਣਾ ਰਾਜਾਂ ਨੂੰ, ਉਹ ਵੀ ਕੇਂਦਰ ਸਰਕਾਰ ਕੋਲ ਚਲਾ ਗਿਆ। ਉਹ ਕੇਂਦਰ ਸਰਕਾਰ ਦੀ ਮਰਜ਼ੀ ਹੈ ਉਹਨੇ ਕਦੋਂ ਦੇਣਾ। ਠੀਕ ਹੈ, ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ ਰਾਜਾਂ ਦੇ ਵਿੱਚ ਕਈ ਹੋਰ ਬਹੁਤ ਸਾਰੇ ਮਾਮਲੇ ਨੇ, ਪੰਜਾਬ ਹਰਿਆਣੇ ਦਾ ਜਾਂ ਰਾਜਸਥਾਨ ਦਾ ਪਾਣੀ ਦਾ ਮਸਲਾ ਹੈ, ਬਹੁਤ ਸਾਰੇ ਮਸਲੇ ਹੋ ਜਾਂਦੇ ਨੇ ਜਿਹਦੇ ਕਰਕੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਆਪਸ ਦੇ ਵਿੱਚ ਉਲਝਦੀਆਂ ਰਹਿੰਦੀਆਂ ਨੇ ਜਾਂ ਕੇਂਦਰ ਸਰਕਾਰ ਨਾਲ ਵੀ ਕਈ ਵਾਰੀ ਰੌਲਾ ਪਿਆ ਰਹਿੰਦਾ। ਤੇ ਇਹਨਾਂ ਜਿਹੜੇ ਰਿਸ਼ਤਿਆਂ ਨੂੰ ਸੁਧਾਰਨ ਦੇ ਲਈ ਇੱਕ ਅੰਤਰਰਾਜ ਪਰਿਸ਼ਦ ਬਣੀ ਹੋਈ ਆ ਆਰਟੀਕਲ 263 ਦੇ ਤਹਿਤ। ਰਾਸ਼ਟਰਪਤੀ ਨੂੰ ਜੇ ਲੱਗੇ ਵੀ ਇਹਦੀ ਲੋੜ ਹੈ ਤਾਂ 1990 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ। ਇਹਦੇ ਵਿੱਚ ਪ੍ਰਧਾਨ ਮੰਤਰੀ ਪਰਿਸ਼ਦਾਂ ਦੀ ਬੈਠਕਾਂ ਦੀ ਪ੍ਰਧਾਨਗੀ ਕਰਦਾ। 6 ਦੇ ਵਿੱਚ ਕੈਬਨਿਟ ਮੰਤਰੀ ਹੁੰਦੇ ਨੇ। ਸਾਰੇ ਰਾਜਾਂ ਅਤੇ ਸੰਘੀ ਖੇਤਰਾਂ ਦੇ ਮੁੱਖ ਮੰਤਰੀ ਸ਼ਾਮਲ ਹੁੰਦੇ ਨੇ। ਤੇ ਜੇ ਕਿਸੇ ਮੇਨ ਜਿਹੜੇ ਮੁੱਦੇ ਦੇ ਪ੍ਰਤੀ ਉਹ ਮੀਟਿੰਗ ਹੋਈ ਹੈਗੀ ਤੇ ਉਹਦਾ ਮੰਤਰੀ ਵੀ ਸਪੈਸ਼ਲ ਰੂਪ 'ਚ ਬੁਲਾ ਲਿਆ ਜਾਂਦਾ। ਇਹ ਇੱਕ ਸਲਾਹਕਾਰੀ ਸੰਸਥਾ ਹੈਗੀ ਜਿਹੜੀ ਜੇ ਕੋਈ ਰੌਲਾ ਵੱਖ-ਵੱਖ ਰਾਜਾਂ ਦਾ ਇਹ ਮਿਟਾਉਣ ਦੀ ਕੋਸ਼ਿਸ਼ ਕਰਦੀ ਹੈ ਵੀ ਕੋਈ ਨਾ ਕੋਈ ਫੈਸਲਾ ਕਰਕੇ ਜਿਹੜਾ ਵੱਖ-ਵੱਖ ਰਾਜਾਂ ਦੇ ਵਿੱਚ ਰੌਲਾ ਹੈਗਾ ਉਸ ਰੌਲੇ ਨੂੰ ਘਟਾ ਦਿੱਤਾ ਜਾਵੇ, ਉਸ ਰੌਲੇ ਨੂੰ ਸੈੱਟ ਕਰ ਦਿੱਤਾ ਜਾਵੇ। ਤਾਂ ਅੰਤਰਰਾਸ਼ਟਰੀ ਜਿਹੜੀ ਪਰਿਸ਼ਦ ਆ ਉਹ ਆਰਟੀਕਲ 263 ਦੇ ਤਹਿਤ ਆ ਜਿਹੜੀ ਉਹ ਚੁਣੀ ਜਾਂਦੀ ਹੈ। ਇਸੇ ਤਰ੍ਹਾਂ ਆਪਾਂ ਸਮਝ ਸਕਦੇ ਹਾਂਗੇ ਵੀ ਆਪਾਂ ਨੇ ਕੇਂਦਰ ਤੇ ਰਾਜ ਦੇ ਵਿਚਕਾਰ ਜਿਹੜੇ ਸੰਬੰਧਾਂ ਦਾ ਜਿਹੜਾ ਉਹ ਵਰਣਨ ਉਹ ਆਪਾਂ ਨੇ ਕੀਤਾ। ਵਿਧਾਨਕ, ਪ੍ਰਸ਼ਾਸਕੀ ਤੇ ਵਿੱਤੀ। ਆਪਣਾ ਜਿਹੜਾ ਅੱਜ ਦਾ ਵਿਸ਼ਾ ਸੀ ਉਹ ਵਿੱਤ ਨਾਲ ਜ਼ਿਆਦਾ ਸੰਬੰਧਿਤ ਸੀ ਤੇ ਵਿੱਤ ਦੇ ਵਿੱਚੋਂ ਹੀ GST ਹੈ ਜਿਹੜਾ ਹੁਣ ਦਾ ਮੌਜੂਦਾ ਵੱਡਾ ਵਿਸ਼ਾ। ਕਿਉਂਕਿ ਜਿਹੜਾ ਡਾਇਰੈਕਟ ਟੈਕਸ ਆ ਉਹ ਤਾਂ ਕਲੀਅਰ ਹੈ। ਜਿਹੜਾ GST ਵਾਲਾ ਇਨਡਾਇਰੈਕਟ ਟੈਕਸ ਸੀ ਉਹਦੇ ਉੱਤੇ ਜ਼ਿਆਦਾ ਗੱਲਬਾਤ ਹੋ ਰਹੀ ਸੀ ਕਿਉਂਕਿ ਇਹ ਵਿਰੋਧੀ ਧਿਰਾਂ ਵੱਲੋਂ ਸਰਕਾਰ ਦੀ ਜਿਹੜੇ ਵਿਰੋਧੀ ਧਿਰਾਂ ਸੀ ਉਹਨਾਂ ਨੇ ਇਹ ਮੁੱਦਾ ਜ਼ਰੂਰ ਉਠਾਇਆ ਸੀ ਕਿ ਜਿਹੜਾ GST ਆ ਉਹਦੇ ਆਉਣ ਦੇ ਨਾਲ ਜਿਹੜਾ ਰਾਜਾਂ ਦੀਆਂ ਪਾਵਰਾਂ ਨੇ ਉਹ ਘਟੀਆਂ ਨੇ ਤੇ ਕੇਂਦਰ ਕੋਲ ਪਾਵਰਾਂ ਵਧੀਆਂ ਨੇ। ਰਾਜ ਲਾਚਾਰ ਹੋਏ ਨੇ ਕੇਂਦਰ ਤੋਂ ਆਪਣਾ ਪੈਸਾ ਵਾਪਸ ਲੈਣ ਦੇ ਲਈ। ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਮੈਂ ਆਸ ਕਰਦਾ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ।